ਇਹ ਗੱਲ ਜ਼ਰੂਰੀ ਨਹੀਂ ਕਿ ਪਹਿਲਾਂ ਓਮੀਕਰੋਨ ਦਾ ਕੇਸ ਜੇ ਸਾਊਥ ਅਫਰੀਕਾ ਤੋਂ ਲੱਭਾ ਤੇ ਉੱਥੋਂ ਸ਼ੁਰੂ ਹੋਇਆ। ਉਹ ਕਹਿੰਦੇ ਹੋ ਸਕਦਾ ਦੁਨੀਆ ਦੇ ਕੁਝ ਖਿੱਤਿਆਂ ਦੇ ਵਿੱਚ ਹੋਰ ਵੀ ਕਿਤੇ ਹੋਵੇ, ਲੇਕਿਨ ਅਜੇ ਉਹਦਾ ਪਤਾ ਨਾ ਲੱਗਿਆ ਹੋਵੇ ਜਾਂ ਉਹਦੇ ਬਾਰੇ ਇਹ ਨਾ ਪਤਾ ਲੱਗਿਆ ਹੋਵੇ ਕਿ ਇਹ ਵੱਖਰਾ ਕੋਈ ਵੇਰੀਐਂਟ। ਕਿਸੇ ਵੀ ਸਰਕਾਰ ਨੇ ਇਹਦੀ ਅਜੇ ਬਹੁਤ ਜ਼ਿਆਦਾ ਡਰਾਸਟਿਕ ਸਟੈਪ ਨਹੀਂ ਲਏ। ਉਹਦਾ ਕਾਰਨ ਇਹ ਹੋ ਸਕਦਾ ਕਿਉਂਕਿ ਸਰਕਾਰਾਂ ਇਹ ਵੀ ਕਹਿ ਰਹੀਆਂ ਨੇ ਕਿ ਅਸੀਂ ਹੁਣ ਇਸ ਤਰ੍ਹਾਂ ਦੇ ਜਿਹੜੇ ਅਗਰ ਕੋਈ ਦੁਨੀਆ ਦੇ ਵਿੱਚ ਬਾਅਦ ਦੇ ਵਿੱਚ ਵੀ ਵੈਸੇ ਤਾਂ ਪਰਮਾਤਮਾ ਨਾ ਕਰੇ ਕੋਈ ਇੱਦਾਂ ਦੀ ਆਪਦਾ ਆਵੇ, ਲੇਕਿਨ ਉਹ ਕਹਿੰਦੇ ਨੇ ਕਿ ਇਸ ਦੇ ਨਾਲ ਵਿਚਰਨਾ ਜਿਹੜਾ ਉਹ ਸਰਕਾਰਾਂ ਸਿੱਖ ਰਹੀਆਂ। ਇੰਗਲੈਂਡ ਜਿਹੜਾ ਹੈ ਉਹ ਅਜੇ ਤੱਕ ਵੀ ਮੈਂ ਸਮਝਦਾ ਕਿ ਭਾਵੇਂ ਉਹਨਾਂ ਦੀ ਜਿਹੜੀ ਫਾਰਮਲ ਜਿਹੜੀ ਹੈ ਕਪੈਸਿਟੀ ਉਹ ਨਹੀਂ ਰਹੀ ਕਿ ਸਿੱਧੇ ਕਿਸੇ ਮੁਲਕ ਦੇ ਵਿੱਚ ਦਖਲ ਦੇ ਸਕਣ, ਲੇਕਿਨ ਅਜੇ ਤੱਕ ਵੀ ਜਿਹੜੀਆਂ ਤੰਦਾਂ ਨੇ, ਜਿਹੜਾ ਕੰਟਰੋਲ ਹੈ ਉਹ ਕਿਸੇ ਨਾ ਕਿਸੇ ਜਰੀਏ ਉਹ ਦੁਨੀਆ ਦੀ ਪੋਲੀਟਿਕਸ ਤੇ ਰਾਜਨੀਤੀ ਤੇ ਰੱਖ ਰਿਹਾ। ਤਿੰਨ ਕਾਲੇ ਕਾਨੂੰਨ ਵੀ ਆਏ ਸਨ, ਉਸ ਤੋਂ ਵੀ ਕਾਫੀ ਸਮਾਂ ਬਾਅਦ ਅਕਾਲੀ ਦਲ ਬੀਜੇਪੀ ਦਾ ਭਾਈਵਾਲ ਰਿਹਾ। ਉਹ ਤੇ ਜਦੋਂ ਬਾਦਲ ਦਲ ਤੇ ਪ੍ਰੈਸ਼ਰ ਆਇਆ ਫਿਰ ਉਹਨਾਂ ਨੇ ਤੋੜ ਵਿਛੋੜਾ ਬੀਜੇਪੀ ਨੇ ਕੀਤਾ। ਉਸ ਤੋਂ ਪਹਿਲਾਂ ਸਿਰਸਾ ਸਾਹਿਬ ਵੀ, ਬਾਦਲ ਸਾਹਿਬ ਵੀ, ਅਕਾਲੀ ਦਲ ਇਹ ਸਾਰੇ ਬੀਜੇਪੀ ਦੇ ਨਾਲ ਸਨ। ਮੋਦੀ ਸਾਹਿਬ ਦੇ ਨਾਲ ਜਾਂ ਬੀਜੇਪੀ ਦੇ ਨਾਲ ਸਾਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਦਾ ਜਾਂ ਸਿੱਖਾਂ ਦਾ ਕੋਈ ਮਸਲਾ ਹੈ, ਤੇ ਮੇਰਾ ਖਿਆਲ ਹੈ ਕਿ ਜਿੰਨਾ ਵੱਡਾ ਮਸਲਾ ਕਾਂਗਰਸ ਦੇ ਨਾਲ ਸੀ ਉਹ ਮਸਲਾ ਬਹੁਤ ਵੱਡਾ ਹੈ। ਬਿਲਕੁਲ ਉਹ ਵੀ ਲੋਕਾਂ ਨੇ ਭੁਲਾਇਆ। ਪੰਜਾਬੀ ਨੈਸ਼ਨਲ ਟੈਲੀਵਿਜ਼ਨ ਤੇ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਲੈ ਕੇ ਹਾਜ਼ਰ ਹਾਂ ਜੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਜੀ ਆਇਆਂ ਨੂੰ। ਜਿਵੇਂ ਕਿ ਪ੍ਰੋਗਰਾਮ ਦੇ ਨਾਮ ਤੋਂ ਹੀ ਕਲੀਅਰ ਆ ਕਿ ਸੁਰਖੀਆਂ ਦੇ ਆਰ-ਪਾਰ, ਯਾਨੀ ਕਿ ਕੁਝ ਰਾਸ਼ਟਰੀ ਤੇ ਕੁਝ ਅੰਤਰਰਾਸ਼ਟਰੀ ਖਬਰਾਂ ਦੇ ਉੱਪਰ ਗੱਲਬਾਤ ਕਰਾਂਗੇ। ਪ੍ਰੋਗਰਾਮ ਵਿੱਚ ਮੇਰਾ ਸਾਥ ਦੇਣ ਲਈ ਸਾਡੀ ਟੀਮ ਦੇ ਅਹਿਮ ਮੈਂਬਰ ਸਰਦਾਰ ਗੁਰਿੰਦਰ ਸਿੰਘ ਹੀਰ ਪਹੁੰਚ ਚੁੱਕੇ ਨੇ। ਆਓ ਜੀ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਭਾਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਅਸੀਂ ਜ਼ਿਕਰ ਕੀਤਾ ਕਿ ਪ੍ਰੋਗਰਾਮ ਦਾ ਨਾਮ ਹੈਗਾ ਬਿਯੋਂਡ ਦੀ ਹੈਡਲਾਈਨਸ। ਹਾਂਜੀ, ਸੁਰਖੀਆਂ ਦੇ ਆਰ-ਪਾਰ। ਬਿਲਕੁਲ ਜੀ। ਇਹਦੇ ਵਿੱਚ ਨੈਚੁਰਲੀ ਕੁਝ ਰਾਸ਼ਟਰੀ ਤੇ ਕੁਝ ਅੰਤਰਰਾਸ਼ਟਰੀ ਜਿਹੜੇ ਚਲੰਤ ਮੁੱਦੇ ਨੇ ਉਹਨਾਂ ਉੱਪਰ ਗੱਲਬਾਤ ਕਰਾਂਗੇ। ਬਿਲਕੁਲ ਜੀ। ਸ਼ੁਰੂਆਤ ਕਰਦੇ ਹਾਂ ਜੀ ਸਭ ਤੋਂ ਵੱਡੇ ਚਲੰਤ ਮਾਮਲੇ ਨਾਲ। ਨਾਮ ਰੱਖਤਾ ਜੀ ਉਹਦਾ ਓਮੀਕਰੋਨ। ਇੱਕ ਨਵਾਂ ਵੇਰੀਐਂਟ ਸਾਊਥ ਅਫਰੀਕਾ ਦੇ ਵਿੱਚ ਉਤਪੰਨ ਹੋ ਗਿਆ। ਬਿਲਕੁਲ ਜੀ। ਔਰ ਮੈਨੂੰ ਲੱਗਦਾ ਵੀ ਜਦੋਂ ਵੀ ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਕਿਤੇ ਰਾਹਤ ਮਿਲਣੀ ਸ਼ੁਰੂ ਹੁੰਦੀ, ਲੱਗਦਾ ਵੀ ਹੁਣ ਜਿਹੜੇ ਬੱਦਲ ਨੇ ਪਾਸੇ ਹੁੰਦੇ ਲੱਗਦੇ ਆ, ਫਿਰ ਕੋਈ ਨਾ ਕੋਈ ਵੇਰੀਐਂਟ ਆ ਜਾਂਦਾ ਵਾ ਤੇ ਫਿਰ ਉਹੀ ਜਿਹੜਾ ਘਮਾਸਾਨ ਹੈ ਜ਼ਿੰਦਗੀ ਦੇ ਵਿੱਚ, ਚਿੰਤਾਵਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ। ਕੀ ਕਹੋਗੇ? ਮਨਜੀਤ ਸਿੰਘ ਜੀ, ਬਿਨਾਂ ਸ਼ੱਕ ਇਹ ਗੱਲ ਅਸੀਂ, ਕਿਉਂਕਿ ਦੁਨੀਆ ਭਰ ਦੇ ਵਿੱਚ ਇਹ ਸਮੱਸਿਆ ਹੈ, ਕੋਵਿਡ ਦੇ ਇਹ ਨਵੇਂ ਵੇਰੀਐਂਟ ਨੇ, ਵੱਖ-ਵੱਖ ਵੇਰੀਐਂਟ ਆਏ ਨੇ। ਇਹ ਨਵਾਂ ਵੇਰੀਐਂਟ ਜਿਹੜਾ ਸਾਊਥ ਅਫਰੀਕਾ ਤੋਂ ਸ਼ੁਰੂ ਹੋਇਆ ਓਮੀਕਰੋਨ ਜੀ, ਸਭ ਤੋਂ ਪਹਿਲਾਂ ਸਾਊਥ ਅਫਰੀਕਾ ਦਾ ਨਾਮ ਆਇਆ ਕਿਉਂਕਿ ਯਾਦ ਹੋਵੇਗਾ ਤੁਹਾਨੂੰ ਕਿ ਜਦੋਂ ਵਾਇਰਸ ਦੀ ਕੋਵਿਡ ਦੀ ਸ਼ੁਰੂਆਤ ਹੋਈ ਸੀ ਤਾਂ USA ਦੇ ਜਿਹੜੇ ਸਾਬਕਾ ਪ੍ਰੈਜ਼ੀਡੈਂਟ ਸਨ ਉਹਨਾਂ ਵੱਲੋਂ ਟਰਮ ਆਈ ਸੀ ਕਿ ਇਹ ਚਾਈਨਾ ਵਾਇਰਸ ਹੈ। ਬਿਲਕੁਲ। ਫਿਰ ਇੱਕ ਵਾਇਰਸ ਦੀ ਇਨੀਸ਼ੀਏਸ਼ਨ ਇੰਡੀਆ ਤੋਂ ਵੀ ਹੋਈ ਸੀ। ਡੈਲਟਾ ਨਾਂ ਰੱਖਤਾ, ਬਾਅਦ ਡੈਲਟਾ ਨਾਂ ਰੱਖ ਦਿੱਤਾ ਗਿਆ। ਲੇਕਿਨ ਹੁਣ ਸਾਊਥ ਅਫਰੀਕਾ ਦੇ ਵਿੱਚੋਂ ਓਮੀਕਰੋਨ ਵਾਇਰਸ ਜਿਹੜਾ ਹੈ ਉਸ ਦੇ ਕੇਸ ਲੱਭੇ ਨੇ। ਲੇਕਿਨ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਗੱਲ ਜ਼ਰੂਰੀ ਨਹੀਂ ਕਿ ਪਹਿਲਾਂ ਓਮੀਕਰੋਨ ਦਾ ਕੇਸ ਜੇ ਸਾਊਥ ਅਫਰੀਕਾ ਤੋਂ ਲੱਭਾ ਤੇ ਉੱਥੋਂ ਸ਼ੁਰੂ ਹੋਇਆ। ਉਹ ਕਹਿੰਦੇ ਹੋ ਸਕਦਾ ਦੁਨੀਆ ਦੇ ਕੁਝ ਖਿੱਤਿਆਂ ਦੇ ਵਿੱਚ ਹੋਰ ਵੀ ਕਿਤੇ ਹੋਵੇ, ਲੇਕਿਨ ਅਜੇ ਉਹਦਾ ਪਤਾ ਨਾ ਲੱਗਿਆ ਹੋਵੇ ਜਾਂ ਉਹਦੇ ਬਾਰੇ ਇਹ ਨਾ ਪਤਾ ਲੱਗਿਆ ਹੋਵੇ ਕਿ ਇਹ ਵੱਖਰਾ ਕੋਈ ਵੇਰੀਐਂਟ ਹੈ। ਸੋ ਅਨਿਸ਼ਚਿਤਤਾਵਾਂ ਇਸ ਵਾਇਰਸ ਦੇ ਸੰਬੰਧ ਦੇ ਵਿੱਚ ਇੰਨੀਆਂ ਕੁ ਨੇ ਜਿਨ੍ਹਾਂ ਨੂੰ ਬਿਆਨ ਕਰਨਾ ਤੇ ਜਿਨ੍ਹਾਂ ਦੇ ਬਾਰੇ ਕੁਝ ਐਨਾਲਿਸਿਸ ਕਰਨਾ ਮੈਂ ਸਮਝਦਾ ਕਿ ਬਹੁਤ ਹੀ ਔਖਾ ਹੈ। ਬਿਲਕੁਲ। ਇਸ ਦੇ ਨਾਲ ਮੇਰਾ ਖਿਆਲ ਸਾਡੇ ਜਿਹੜੇ ਵੇਖਣ ਵਾਲੇ ਨੇ ਵੀ, ਕਿਉਂਕਿ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਅਜੇ ਵੀ ਬਹੁਤ ਵੱਡੀ ਪੱਧਰ ਤੇ ਇਸ ਦੇ ਨਾਲ ਸੰਬੰਧਿਤ ਪ੍ਰੋਟੈਸਟ ਵੀ ਹੋਏ ਨੇ। ਔਰ ਦੁਨੀਆ ਦੇ ਡਿਵੈਲਪਡ ਕੰਟਰੀ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਵੱਡੇ ਪੱਧਰ ਤੇ ਪ੍ਰੋਟੈਸਟ ਹੋਏ ਨੇ ਜੀ। ਸੋ ਗੱਲ ਇਹ ਹੈ ਕਿ ਜਿਹਨੂੰ ਅਸੀਂ ਕਹਿੰਦੇ ਨਾ ਕਿ ਇੱਕ ਹੌਚ-ਪੌਚ ਅਸੀਂ ਕਹਿੰਦੇ ਹਾਂ ਕਿ ਇੱਦਾਂ ਦਾ ਗੰਧਲਾਪਨ ਹੋਇਆ ਪਿਆ ਹੈ ਜਿਹਦੇ ਬਾਰੇ ਕੋਈ ਗੱਲ ਜਿਹੜੀ ਪਰਪੱਕ ਤੌਰ 'ਤੇ ਕੀਤੀ ਨਹੀਂ ਜਾ ਸਕਦੀ। ਲੇਕਿਨ ਫਿਰ ਜਿਵੇਂ ਅਸੀਂ ਪਹਿਲਾਂ ਵੀ ਜਦੋਂ ਕੋਵਿਡ ਦੇ ਦੌਰ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਬੈਸਟ ਜਿਹੜਾ ਇਹਦਾ ਮੈਥਡ ਹੈ ਇਹੀ ਹੈ ਕਿ ਜੋ ਸਰਕਾਰ ਕਹਿੰਦੀ ਹੈ, ਜੋ ਤੁਹਾਡੇ ਡਾਕਟਰ ਕਹਿੰਦੇ ਨੇ, ਜੋ ਤੁਹਾਡੇ ਮੈਡੀਕਲ ਸਟਾਫ ਦਾ ਅਮਲਾ ਫੈਲਾ ਤੁਹਾਨੂੰ ਕਹਿੰਦਾ ਜੀ, ਤੁਸੀਂ ਉਹਨੂੰ ਮੰਨ ਕੇ ਚੱਲੋ ਤੇ ਉਹ ਜੋ ਕਹਿੰਦੇ ਨੇ ਉਹਨਾਂ ਨੂੰ ਫੋਲੋ ਕਰੋ। ਜੇ ਕੋਈ ਟਰੈਵਲ ਰਿਸਟ੍ਰਿਕਸ਼ਨਸ ਨੇ
ਜਾਂ ਕੋਈ ਮਾਸਕ ਦੀਆਂ ਰਿਸਟ੍ਰਿਕਸ਼ਨਸ ਨੇ, ਮਾਸ ਗੈਦਰਿੰਗ ਦੀਆਂ ਨੇ। ਚਲੋ ਅਜੇ ਮੈਂ ਇਹ ਕਹਿ ਸਕਦਾ ਪਰਮਾਤਮਾ ਦਾ ਸ਼ੁਕਰ ਹੈ ਕਿ ਕਿਸੇ ਵੀ ਸਰਕਾਰ ਨੇ ਇਹਦੀ ਅਜੇ ਬਹੁਤ ਜ਼ਿਆਦਾ ਡਰਾਸਟਿਕ ਸਟੈਪ ਨਹੀਂ ਲਏ। ਉਹਦਾ ਕਾਰਨ ਇਹ ਹੋ ਸਕਦਾ ਕਿਉਂਕਿ ਸਰਕਾਰਾਂ ਇਹ ਵੀ ਕਹਿ ਰਹੀਆਂ ਨੇ ਕਿ ਅਸੀਂ ਹੁਣ ਇਸ ਤਰ੍ਹਾਂ ਦੇ ਜਿਹੜੇ ਅਗਰ ਕੋਈ ਦੁਨੀਆ ਦੇ ਵਿੱਚ ਬਾਅਦ ਦੇ ਵਿੱਚ ਵੀ ਵੈਸੇ ਤਾਂ ਪਰਮਾਤਮਾ ਨਾ ਕਰੇ ਕੋਈ ਇੱਦਾਂ ਦੀ ਆਪਦਾ ਆਵੇ, ਲੇਕਿਨ ਉਹ ਕਹਿੰਦੇ ਨੇ ਕਿ ਇਸ ਦੇ ਨਾਲ ਵਿਚਰਨਾ ਜਿਹੜਾ ਉਹ ਸਰਕਾਰਾਂ ਸਿੱਖ ਰਹੀਆਂ ਨੇ। ਬਾਕੀ ਸਮਾਂ ਦੱਸੇਗਾ ਜੀ ਕੀ ਹੋਵੇ। ਬਿਲਕੁਲ ਜੀ, ਕੁਝ ਅੰਕੜੇ ਸਾਂਝੇ ਕਰ ਦਿੰਦੇ ਆ। WHO ਹਾਂਜੀ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਨਫਰਮ ਕਰ ਦਿੱਤਾ ਕਿ ਜਿਹੜਾ ਇਹ ਵੇਰੀਐਂਟ ਹੈਗਾ ਜੀ ਲਗਭਗ 23 ਦੇਸ਼ਾਂ ਤੱਕ ਫੈਲ ਚੁੱਕਿਆ। ਬਿਲਕੁਲ ਜੀ। ਅੱਜ ਅਮਰੀਕਾ ਨੇ ਵੀ ਕਨਫਰਮ ਕਰਤਾ ਵੀ ਅਮਰੀਕਾ ਦੇ ਉੱਥੇ ਵੀ ਵਿੱਚ ਇੱਕ ਨਵਾਂ ਕੈਲੀਫੋਰਨੀਆ ਕੇਸ ਦੇ ਵਿੱਚ ਬਿਲਕੁਲ ਕੇਸ ਡਿਟੈਕਟ ਆਪਣੇ ਅਲਬਰਟਾ ਸੂਬੇ ਦੀ ਗੱਲ ਕਰੀਏ, ਕੱਲ 1 ਸੀ ਤੇ ਅੱਜ 2 ਹੋਰ ਰਜਿਸਟਰ ਹੋ ਗਏ। ਕੁੱਲ ਮਿਲਾ ਕੇ 3 ਬਿਲਕੁਲ ਨਵੇਂ ਵੇਰੀਐਂਟ ਓਮਨੀਕਰੋਨ ਦੇ ਉਹ ਆ ਚੁੱਕੇ ਨੇ। ਹਾਂਜੀ। ਔਰ ਅਗਰ ਗੱਲ ਕਰੀਏ ਕਿ ਟਰੈਵਲ ਬੈਨ ਕੈਨੇਡਾ ਨੇ ਕਿਹੜੇ ਦੇਸ਼ਾਂ ਨਾਲ ਕਰ ਦਿੱਤਾ ਵਾ ਇਸ ਵਾਇਰਸ ਨੂੰ ਵਧਣ ਤੋਂ ਰੋਕਣ ਦੇ ਲਈ, ਤੇ ਉਹਦੇ ਵਿੱਚ 7 ਕੰਟਰੀ ਪਹਿਲਾਂ ਸੀਗੇ, 3 ਨਵੇਂ ਅੱਜ ਐਡ ਕਰ ਦਿੱਤੇ ਨੇ ਉਹਨੇ। ਉਹ ਕਿਹੜੇ ਨੇ? ਨਾਈਜੀਰੀਆ, ਮਲਾਵੀ, ਇਜਿਪਟ, ਇਹ 3 ਨਵੇਂ ਦੇਸ਼ ਨੇ। ਇਸ ਤੋਂ ਇਲਾਵਾ ਜਿਹੜੇ 7 ਪਹਿਲੇ ਦੇਸ਼ ਨੇ ਉਹ ਸਾਊਥ ਅਫਰੀਕਾ, ਮੋਜ਼ੰਬੀਕ, ਨੈਂਬੀਆ, ਜ਼ਿੰਬਾਬਵੇ, ਬੋਸਟਵਾਨਾ, ਲਿਸੋਥੋ ਤੇ ਐਸਵਾਟਿਨੀ। ਸੋ ਇਹ 10 ਕੰਟਰੀਜ਼ ਨੇ। ਔਰ ਇਹ ਕਿਹਾ ਜਾ ਰਿਹਾ ਵੀ ਅਗਰ ਤੁਸੀਂ ਪਿਛਲੇ 14 ਦਿਨਾਂ ਦੇ ਵਿੱਚ ਇਹਨਾਂ ਦੇਸ਼ਾਂ ਦੇ ਥਰੂ ਟਰੈਵਲ ਕੀਤਾ ਹੋਇਆ ਵਾ ਤੇ ਤੁਹਾਨੂੰ ਸਤਰਕ ਰਹਿਣ ਦੀ ਲੋੜ ਆ। ਬਿਲਕੁਲ ਜੀ। ਸੋ ਮੇਰਾ ਸਵਾਲ ਇਹ ਹੈ ਕਿ ਜਦੋਂ ਇਹੋ ਜਿਹੇ ਨਵੇਂ ਵੇਰੀਐਂਟ ਆਉਂਦੇ ਨੇ ਕਿ ਕੀ ਸਾਨੂੰ ਚਿੰਤਤ ਹੋਣ ਦੀ ਲੋੜ ਆ, ਹਫੜਾ ਦਫੜੀ ਦੀ ਲੋੜ ਆ, ਜਾਂ ਸਤਰਕਤਾ ਦੀ ਲੋੜ? ਦੇਖੋ ਗੱਲ ਸੁਣੋ ਜੀ, ਮੇਰਾ ਖਿਆਲ ਜਿੱਥੇ ਤੱਕ ਤਾਂ ਹਫੜਾ ਦਫੜੀ ਦੀ ਗੱਲ ਹੈ ਉਹ ਤਾਂ ਮੈਂ ਸਮਝਦਾ ਵੀ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਹਫੜਾ ਦਫੜੀ ਨਾਲ ਕਦੀ ਕੋਈ ਫਾਇਦਾ ਨਹੀਂ ਹੋਇਆ, ਨੁਕਸਾਨ ਹੀ ਹੁੰਦਾ ਹੈ। ਸੋ ਹਫੜਾ ਦਫੜੀ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਪੈਨਿਕ ਨਾਲ ਕੋਈ ਪੈਨਿਕ ਹੋਣ ਦੇ ਨਾਲ ਕੁਝ ਵੀ ਸੋਲਵ ਨਹੀਂ ਹੋਣਾ। ਈਵਨ ਮੈਂ ਕਿਉਂਕਿ ਇੱਕ ਵਾਇਰਸ ਬਾਰੇ ਪੈਨਿਕ ਹੋਣਾ ਇੱਕ ਵੱਖਰੀ ਗੱਲ ਹੈ। ਕਈ ਵਾਰੀ ਕਿਉਂਕਿ ਇਹ ਹੁਣ ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਜਦੋਂ ਪਹਿਲਾਂ ਕੋਵਿਡ ਦਾ ਦੌਰ ਸ਼ੁਰੂ ਹੋਇਆ, ਜਦੋਂ ਲਾਕਡਾਊਨ ਲੱਗੇ ਤੇ ਗਰੋਸਰੀ ਸਟੋਰ ਤੋਂ ਗਰੋਸਰੀ ਗਾਇਬ ਹੋ ਗਈ। ਉਹ ਵੀ ਪੈਨਿਕ ਹੋਏ ਸੀ। ਉਹ ਵੀ ਪੈਨਿਕ ਹੋਏ ਸਨ ਲੋਕੀ। ਅਸੀਂ ਸਮਾਨ ਜਮ੍ਹਾਂ ਕਰਨ ਲੱਗ ਜਾਂਦੇ ਹਾਂ, ਉਹਦਾ ਫਾਇਦਾ ਕੋਈ ਨਹੀਂ ਹੁੰਦਾ, ਸਮਾਨ ਸਰਕਾਰਾਂ ਪਹੁੰਚਾ ਰਹੀਆਂ ਨੇ ਜੀ। ਸੋ ਪੈਨਿਕ ਹੋਣ ਦਾ ਤਾਂ ਕੋਈ ਮਕਸਦ ਨਹੀਂ ਹੈ। ਦੂਜੀ ਗੱਲ ਹੈ ਕਿ ਅਲਰਟਨੈਸ ਜਿਹੜੀ ਹੈ ਉਹ ਇੰਪੋਰਟੈਂਟ ਹੈ। ਤੇ ਅਲਰਟਨੈਸ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਕਿਉਂਕਿ ਅੱਜ ਕੱਲ੍ਹ ਜਿਹੜਾ ਦੌਰ ਹੈ ਇੰਟਰਨੈਟ ਦਾ ਦੌਰ ਹੈ, ਹਰ ਵਿਅਕਤੀ ਦੇ ਹੱਥ ਦੇ ਵਿੱਚ ਸਮਾਰਟਫੋਨ ਹੈ। ਉਹ ਗੂਗਲ ਦੇ ਵਿੱਚ ਕੁਝ ਟਾਈਪ ਕਰਦਾ ਤਾਂ ਉਹਦੀਆਂ 10 ਆਪਸ਼ਨਾਂ ਜਾਂ ਉਹਦੇ ਸੰਬੰਧਿਤ 10 ਗੱਲਾਂ ਆਉਂਦੀਆਂ ਨੇ। ਇਹ ਨਹੀਂ ਪਤਾ ਲੱਗਦਾ ਕਿਹੜੀ ਠੀਕ ਹੈ, ਕਿਹੜੀ ਗਲਤ ਹੈ, ਕਿਹੜੀ ਸੱਚੀ ਹੈ, ਕਿਹੜੀ ਝੂਠੀ ਹੈ। ਲੇਕਿਨ ਬੈਸਟ ਫਿਰ ਇਹੀ ਗੱਲ ਮੈਂ ਬਾਰ-ਬਾਰ ਕਹਾਂਗਾ ਕਿ ਅਗਰ ਅਸੀਂ ਕੈਨੇਡਾ ਦੇ ਵਿੱਚ ਬੈਠੇ ਹਾਂ ਤੇ ਜੋ ਕੈਨੇਡਾ ਦੀ ਸਰਕਾਰ ਕਹਿ ਰਹੀ ਹੈ, ਅਲਬਰਟਾ ਦਾ ਜੋ ਸਾਡੇ ਹੈਲਥ ਡਿਪਾਰਟਮੈਂਟ ਦੇ ਜਿਹੜੇ ਲੋਕ ਨੇ ਜੋ ਉਹ ਕਹਿ ਰਹੇ ਨੇ ਉਹਨਾਂ ਨੂੰ ਫੋਲੋ ਕਰੀਏ। ਕਹਿਣ ਦਾ ਮਤਲਬ ਵੀ ਇਹਤਿਆਤ ਜ਼ਰੂਰੀ ਹੈ। ਇਹਤਿਆਤ ਜ਼ਰੂਰੀ ਹੈ। ਬਿਲਕੁਲ। ਤੇ ਹੁਣ ਆਪਾਂ ਅਗਲੇ ਮੁੱਦੇ ਵੱਲ ਚੱਲਦੇ ਹਾਂ ਜੀ। ਸਟੈਟਿਸਟਿਕ ਕੈਨੇਡਾ ਦੀ ਇੱਕ ਰਿਪੋਰਟ ਆਈ ਹੈ ਕੱਲ ਮੰਗਲਵਾਰ ਨੂੰ, ਜਿਹਦੇ ਤਹਿਤ ਦੱਸਿਆ ਗਿਆ ਵੀ ਕੈਨੇਡਾ ਦੀ ਜਿਹੜੀ ਇਕਨੋਮਿਕ ਗਰੋਥ ਆ ਉਹਦੇ ਵਿੱਚ ਤੀਜਾ ਜਿਹੜਾ ਕੁਆਟਰ ਆ 1.3% ਗਰੋਥ ਰਜਿਸਟਰ ਹੋਈ ਹੈ। 1.3 ਵੱਧ ਰਜਿਸਟਰ ਹੋਈ। ਹਾਂਜੀ, ਵੱਧ ਰਜਿਸਟਰ ਹੋਈ ਹੈ। ਔਰ ਜਿਹੜੇ 2 ਮੁੱਖ ਪੈਰਾਮੀਟਰ ਦੱਸੇ ਗਏ ਨੇ ਉਹ ਹੈਗੇ ਆ ਐਕਸਪੈਂਡਿੰਗ ਤੇ ਐਕਸਪੋਰਟ। ਬਿਲਕੁਲ ਜੀ। ਤੇ ਅਗਰ ਗੱਲ ਕਰੀਏ ਜਿਹੜੀ ਇਸ ਕੁਆਟਰ ਦੇ ਵਿੱਚ ਜਿਹੜੀ ਇਹਨਾਂ ਦੀ GDP ਆ, ਜਿਹਨੂੰ ਆਪਾਂ ਟੋਟਲ ਵੈਲਿਊ ਆਫ ਗੁੱਡਸ ਐਂਡ ਸਰਵਿਸਿਜ਼ ਕਹਿ ਦਿੰਦੇ ਆ, ਬਿਲਕੁਲ ਜੀ, ਉਹ $2.093 ਟ੍ਰਿਲੀਅਨ ਆ। ਬਿਲਕੁਲ ਜੀ। ਔਰ ਪਿਛਲਾ ਕੁਆਟਰ ਜੁਲਾਈ ਤੋਂ ਸਤੰਬਰ ਜਿਹੜਾ ਸੀ, ਉਦੋਂ ਇਹ ਜਿਹੜੀ GDP ਸੀ $2.066 ਟ੍ਰਿਲੀਅਨ ਸੀ। ਸੋ ਸਵਾਲ ਇਹ ਪੈਦਾ ਹੁੰਦਾ ਵਾ, ਮੇਰੇ ਕੋਲ ਹੋਰ ਵੀ ਅੰਕੜੇ ਹੈਗੇ ਵੀ ਕਿਹੜੇ ਫੀਲਡ ਦੇ ਵਿੱਚ ਕਿੰਨੀ ਪਰਸੈਂਟ ਜਿਹੜੀ ਆ ਉਹ ਗਰੋਥ ਹੋਈ ਆ। ਮੇਨਲੀ ਦੱਸਿਆ ਵੀ ਕੱਪੜਿਆਂ ਦੀ ਖਰੀਦ ਬਹੁਤ ਵਧੀ ਆ, ਫੁੱਟਵੇਅਰਸ ਦੀ ਬਹੁਤ ਵਧੀਆ, ਰੀਕ੍ਰੀਏਸ਼ਨਲ ਐਕਟੀਵਿਟੀਜ਼, ਕਿਉਂਕਿ ਜਿੱਦਾਂ ਕੋਵਿਡ ਦੀਆਂ ਰਿਸਟ੍ਰਿਕਸ਼ਨਸ ਘਟਣ ਲੱਗੀਆਂ, ਲੋਕਾਂ ਨੇ ਫਿਰ ਸਪੈਂਡਿੰਗ ਕਰਨੀ ਸ਼ੁਰੂ ਕਰਤੀ ਤੇ ਇਕਨੋਮਿਕ ਗਰੋਥ ਸ਼ੁਰੂ ਹੋਣੀ ਹੋਗੀ। ਪਰ ਮੇਰਾ ਸਵਾਲ ਇਹ ਹੈ ਕਿ ਕੀ ਇਸ ਨਾਲ ਜਿਹੜੇ ਕੈਨੇਡੀਅਨਸ ਨੇ ਉਹਨਾਂ ਨੂੰ ਵੀ ਕੋਈ ਫਾਇਦਾ ਹੋਣ ਵਾਲਾ ਜੀ? ਦੇਖੋ ਜੀ, ਫਾਇਦਾ ਜਿਹੜਾ ਆ, ਕਿਉਂਕਿ ਫਾਇਦੇ ਦੀ ਡੈਫੀਨੇਸ਼ਨ ਪਰਿਭਾਸ਼ਾ ਵੱਖਰੀ ਹੋ ਸਕਦੀ ਹੈ ਜੀ, ਲੇਕਿਨ ਬਿਨਾਂ ਸ਼ੱਕ ਕਿ ਜਿਹੜੀ ਥਰਡ ਕੁਆਟਰ ਦੀ ਤੁਸੀਂ ਗਰੋਥ ਦੀ ਗੱਲ ਕੀਤੀ ਆ ਉਹ ਮੋਰ ਦੈਨ ਐਕਸਪੈਕਟਡ ਹੋਈ ਹੈ। ਡੈਫੀਨੇਟਲੀ। ਸੈਕੰਡ ਕੁਆਟਰ ਦੀ ਥੋੜੀ ਜਿਹੀ ਐਕਸਪੈਕਟੇਸ਼ਨ ਤੋਂ ਘੱਟ ਸੀ। ਉਹਦਾ ਕਾਰਨ ਮਾਹਰ ਇਹ ਦੱਸਦੇ ਨੇ ਕਿ ਇੱਕ ਤਾਂ BC ਦੇ ਵਿੱਚ, ਔਰ ਵੈਸੇ ਉਹਦੇ ਕਰਕੇ ਫੋਰਥ ਕੁਆਟਰ ਤੇ ਵੀ ਅਸਰ ਪੈ ਸਕਦਾ। ਬਿਲਕੁਲ ਪੈ ਗਿਆ, ਕਿਉਂਕਿ ਸੈਕੰਡ ਕੁਆਟਰ ਦੀ ਜਿਹੜੀ ਗਰੋਥ ਸੀ ਉਹਦੇ ਵਿੱਚ BC ਦੇ ਵਿੱਚ ਜਿਹੜਾ ਡਰਾਊਟ ਸੀ, ਜਿਹੜਾ ਸੋਕਾ ਸੀ, ਉਹਦਾ ਅਸਰ ਪਿਆ ਸੀ।
ਜਿਹਦੇ ਕਰਕੇ ਥੋੜੀ ਜਿਹੀ ਨੈਗੇਟਿਵਿਟੀ ਹੋਈ। ਪਹਿਲਾਂ ਸੁੱਕਾ ਸੀ, ਹੁਣ ਹੜ੍ਹ ਆ ਗਏ, ਹੁਣ ਹੜ੍ਹ ਆਏ ਨੇ ਤੇ ਹੜ੍ਹਾਂ ਦਾ ਅਸਰ ਜਿਹੜਾ ਹੈ ਉਹ ਚੌਥੇ ਕੁਆਟਰ ਦੇ ਵਿੱਚ ਮਾਹਰਾਂ ਦੇ ਕਹਿਣ ਮੁਤਾਬਕ ਪਵੇਗਾ, ਲੇਕਿਨ ਇੰਨਾ ਨਹੀਂ। ਹੁਣ ਅਸੀਂ ਵਾਪਸ ਇਸ ਮੁੱਦੇ ਤੇ ਆਉਨੇ ਕਿ ਇਹਦੇ ਨਾਲ ਲੋਕਾਂ ਦੇ ਜੀਵਨ ਸਤਰ ਦੇ ਵਿੱਚ ਆਮ ਲੋਕਾਂ ਨੂੰ, ਆਮ ਕੈਨੇਡੀਅਨ ਨੂੰ ਕੀ ਫਾਇਦਾ ਹੋਵੇਗਾ। ਦੇਖੋ ਜੀ, ਬਿਨਾਂ ਸ਼ੱਕ ਜਦੋਂ ਕਿਸੇ ਮੁਲਕ ਦੀ ਜਿਹੜੀ ਤਰੱਕੀ ਦੀ ਰਫ਼ਤਾਰ ਹੈ ਉਹ ਵੱਧਦੀ ਹੈ ਤੇ ਇਹਦੇ ਵਿੱਚ ਜਿਹੜਾ ਫਾਰਮੂਲਾ ਹੈ, ਜਿਹੜੀ ਲੋਕਾਂ ਦੀ ਜਿਹੜੇ ਲੋਕ ਸਪੈਂਡ ਕਰਦੇ ਨੇ, ਇਹ ਬਹੁਤ ਵੱਡਾ ਫੈਕਟਰ ਬੇਨ ਹੁੰਦਾ ਹੈ। ਤੇ ਸਪੈਂਡ ਕੋਈ ਤਾਂ ਹੀ ਕਰਦਾ ਜੇ ਉਹਦੀ ਜੇਬ ਦੇ ਵਿੱਚ ਪੈਸੇ ਹੋਣਗੇ। ਬਿਲਕੁਲ, ਹਾਂਜੀ, ਇਹ ਮੰਨਿਆ ਜਾ ਰਿਹਾ ਹੈ ਔਰ ਇਹ ਵੈਸੇ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਕੈਨੇਡਾ ਦੀ ਸਰਕਾਰ ਨੇ ਬਿਨਾਂ ਸ਼ੱਕ ਕੋਵਿਡ ਦੇ ਦੌਰ ਦੇ ਵਿੱਚ ਬਹੁਤ ਸਾਰੇ ਆਮ ਲੋਕਾਂ ਦੀ, ਸਮਾਲ ਬਿਜ਼ਨਸ ਦੀ, ਵੱਡੇ ਬਿਜ਼ਨਸ ਦੀ ਬਹੁਤ ਵੱਡੀ ਮਦਦ ਕੀਤੀ ਹੈ। ਹਰੇਕ ਤਬਕੇ ਦੀ ਕੀਤੀ ਹੈ। ਉਹ ਕਹਿੰਦੇ ਨੇ ਕਿ ਲੋਕਾਂ ਦੀ ਕੁਝ ਨਾ ਕੁਝ ਸੇਵਿੰਗ ਪਰਸੈਂਟੇਜ ਜਿਹੜੀ ਹੈ ਡੈਟ ਦੇ ਹਿਸਾਬ ਦੇ ਨਾਲ ਉਹਦੇ ਵਿੱਚ ਵਾਧਾ ਹੋਇਆ। ਤੇ ਹੁਣ ਜਦੋਂ ਹੀ ਕੋਵਿਡ ਦੀਆਂ ਜਿਹੜੀਆਂ ਰਿਸਟ੍ਰਿਕਸ਼ਨਾਂ ਖੁੱਲੀਆਂ ਨੇ, ਤੁਸੀਂ 에ਅਰਪੋਰਟ ਤੇ ਜਾਓ, 에ਅਰਪੋਰਟਾਂ ਤੇ ਲਾਈਨਾਂ ਲੱਗੀਆਂ ਨੇ, ਲੋਕ ਬਾਹਰ ਜਾਣ ਨੂੰ ਕਾਹਲੇ ਨੇ। ਹਾਂਜੀ, ਲੋਕ ਸਪੈਂਡ ਕਰ ਰਹੇ ਨੇ। ਸੋ ਉਹਦਾ ਅਸਰ ਜਿਹੜਾ ਹੈ, ਜਿਹੜੇ ਪੈਕੇਜਸ ਮਿਲੇ ਸਨ, ਜਿਹੜੀ ਲੋਕਾਂ ਨੂੰ ਸਹੂਲਤ ਮਿਲੀ ਸੀ, ਉਹਦਾ ਅਸਰ ਵੇਖਣ ਨੂੰ ਮਿਲਿਆ। ਤੇ ਦੂਜੀ ਗੱਲ ਹੈ ਕਿ ਇਹ ਗਰੋਥ ਜਿਹੜੀ ਹੈ ਇਹ ਫਿਰ ਅੱਗੇ ਜਿਹੜੇ ਫਰਦਰ ਬਿਜ਼ਨਸ ਨੇ ਉਹਨਾਂ ਨੂੰ ਪੈਸੇ ਸਪੈਂਡ ਕਰਨ ਦੇ ਵਿੱਚ ਇਨਕਰੇਜ ਕਰੇਗੀ। ਸੋ ਇਹ ਇੱਕ ਵੱਡਾ ਫੈਕਟਰ ਹੈ ਜਿਹੜਾ ਕਿ ਪੋਜ਼ਿਟਿਵ ਸਾਈਨ ਹੈ। ਇਹ ਵੀ ਲੋਕੀ ਕਹਿੰਦੇ ਨੇ ਕਿ ਸਟਿਲ ਅਜੇ ਕੈਨੇਡਾ ਦੀ ਜਿਹੜੀ ਰਿਕਵਰੀ ਹੈ ਉਹ ਵੀ ਸ਼ੇਪ ਨਹੀਂ ਹੈਗੀ, ਇਹ ਯੂ ਸ਼ੇਪਡ ਰਿਕਵਰੀ ਹੈ। ਜਾਣੀ ਕਿ ਇਹ ਇੱਕ ਵਾਰ ਫਿਰ ਡਿਪ ਕਰ ਸਕਦੀ ਹੈ, ਲੇਕਿਨ ਕੁੱਲ ਮਿਲਾ ਕੇ ਜਿਹੜੀ ਸਿਚੁਏਸ਼ਨ ਹੈ ਇਹ ਕੈਨੇਡਾ ਲਈ ਜਿਹੜੀ ਹੈ ਇਹ ਖੁਸ਼ੀ ਵਾਲੀ ਜਾਂ ਚੰਗੀ ਸਿਚੁਏਸ਼ਨ ਹੈ। ਚਲੋ ਆਸ ਕਰਦੇ ਹਾਂ ਜੀ ਕਿ ਜਿੱਦਾਂ ਇਹ ਗਰੋਥ ਸ਼ੁਰੂ ਹੋਈ ਆ ਇੱਦਾਂ ਹੀ ਹੋਰ ਵੱਧਦੀ ਰਹੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡੀਅਨ ਜਿਹੜੇ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਾਹਤ ਮਿਲਦੀ ਰਹੇ। ਬਿਲਕੁਲ ਜੀ, ਬਿਨਾਂ ਸ਼ੱਕ। ਹੁਣ ਅਗਲਾ ਮੁੱਦਾ ਆਪਾਂ ਅਲਬਰਟਾ ਸਰਕਾਰ ਦਾ ਕਰ ਲੈਂਦੇ ਹਾਂ ਜੀ ਡਿਸਕਸ। ਹਾਂਜੀ, ਅਲਬਰਟਾ ਦੇ ਫਾਈਨੈਂਸ਼ੀਅਲ ਮਿਨਿਸਟਰ ਨੇ ਜੀ ਟ੍ਰੈਵਿਸ ਟੋਲਸ। ਹਾਂਜੀ, ਉਹਨਾਂ ਦੀ ਵੀ ਮੰਗਲਵਾਰ ਨੂੰ ਇੱਕ ਸਟੇਟਮੈਂਟ ਆਈ ਹੈ ਕਿ ਜਿਹੜੀ ਰੈਵਨਿਊ ਆ ਆਲ ਓਵਰ ਅਲਬਰਟਾ ਦਾ, ਹਾਂਜੀ, ਸੈਕੰਡ ਕੁਆਟਰ ਦਾ ਉਹ 25% ਗਰੋ ਹੋਇਆ। ਬਿਲਕੁਲ ਜੀ। ਔਰ ਨਾਲ ਦੇ ਨਾਲ ਜਿਹੜਾ ਉਹਨਾਂ ਨੇ ਫਿਸਕਲ ਡੈਫਿਸਿਟ ਪ੍ਰੋਜੈਕਟ ਕੀਤਾ ਸੀਗਾ, ਹਾਂਜੀ, ਉਹ ਕਾਫੀ ਘਟਿਆ ਵਾ। ਉਹਨਾਂ ਦਾ ਪ੍ਰੋਜੈਕਟਡ ਹੈਗਾ ਸੀਗਾ ਫਾਰ 2021-22 ਲਗਭਗ 18.2 ਬਿਲੀਅਨ ਡਾਲਰ। ਬਿਲਕੁਲ, ਜਿਹੜਾ ਕਿ ਘਟ ਕੇ ਉਹ ਕਹਿੰਦੇ ਵੀ ਅਸੀਂ 5.8 ਬਿਲੀਅਨ ਤੱਕ ਲੈ ਆਉਣਾ। ਬਿਲਕੁਲ ਜੀ। ਸੋ ਕੀ ਲੱਗਦਾ ਵੀ ਕਿਹੜੇ ਫੈਕਟਰ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਕੀ ਨਿਊ ਆਊਟਕਮਸ ਦੇਖਣ ਨੂੰ ਮਿਲ ਸਕਦੇ ਨੇ? ਦੇਖੋ ਜੀ, ਬਿਨਾਂ ਸ਼ੱਕ ਜਿਵੇਂ ਤੁਸੀਂ ਦੱਸਿਆ ਹੀ ਹੈ ਫਿਗਰ 18.2 ਬਿਲੀਅਨ ਤੇ 5.8 ਬਿਲੀਅਨ ਤੇ ਲੈ ਕੇ ਆਉਣਾ 1/3 ਤਕਰੀਬਨ। ਬਿਲਕੁਲ, ਔਰ ਬਿਨਾਂ ਸ਼ੱਕ ਅਲਬਰਟਾ ਸਰਕਾਰ ਲਈ ਇਹ ਬਹੁਤ ਵੱਡੀ ਰਾਹਤ ਹੈ। ਲੇਕਿਨ ਮੈਂ ਤੁਹਾਡੇ ਇਸ ਸਵਾਲ ਨੂੰ ਪਿਛਲੇ ਸਵਾਲ ਦੇ ਨਾਲ ਵੀ ਜੋੜਨਾ ਚਾਹਾਂਗਾ ਜੀ। ਜਿਹੜਾ ਕੈਨੇਡਾ ਨਾ ਜੀ, ਜੀਓਗ੍ਰਾਫਿਕਲੀ ਬਹੁਤ ਵੱਡਾ ਕੰਟਰੀ ਹੈ। ਇਸ ਦੇ ਵਿੱਚ ਮਾਈਨਿੰਗ ਜਿਹੜੀ ਹੈ, ਅਸੀਂ ਕੋਲ ਨੂੰ ਵੀ ਇੱਕ ਤਰ੍ਹਾਂ ਦੀ ਮਾਈਨਿੰਗ ਹੀ ਮੰਨਦੇ ਹਾਂ। ਅਸੀਂ ਆਇਲ ਐਂਡ, ਕਿਉਂਕਿ ਇੱਥੇ ਆਇਲ ਸੈਂਡਸ ਨੇ, ਉਹ ਵੀ ਇੱਕ ਕਿਸਮ ਦੀ ਆਇਲ ਦੀ ਮਾਈਨਿੰਗ। ਅਗਰ ਅਸੀਂ ontario ਦੀ, ਨਾਰਦਰਨ ontario ਦੀ ਸਡਬਰੀ ਦੇ ਜਿਹੜਾ ਸਾਡਾ ਇਲਾਕਾ ਉਹਦੀ ਗੱਲ ਕਰੀ ਤਾਂ ਉੱਥੇ ਕਾਪਰ ਦੀਆਂ ਬਹੁਤ ਵੱਡੀਆਂ ਮਾਈਨਾਂ ਨੇ। ਦੁਨੀਆ ਦੀਆਂ ਜਿਹੜੀਆਂ ਟੌਪ ਦੀਆਂ ਮਾਈਨਿੰਗ ਕੰਪਨੀ ਨੇ ਉਹ ਕੈਨੇਡਾ ਦੇ ਵਿੱਚ ਬਿਜ਼ਨਸ ਕਰ ਰਹੀਆਂ ਨੇ। ਸੋ ਇਹ ਜਿਹੜੀਆਂ ਕਮੋਡਿਟੀਜ਼ ਨੇ, ਇਹਨਾਂ ਦੀ ਜਿਹੜੀ ਪ੍ਰਾਈਸ ਹੈ ਉਹਦੇ ਵਿੱਚ ਦੁਨੀਆ ਭਰ ਦੇ ਵਿੱਚ ਵਾਧਾ ਹੋਇਆ। ਤੇ ਜਿਹੜਾ ਆਇਲ ਐਂਡ ਗੈਸ ਦੀ ਗੱਲ ਹੈ, ਅਸੀਂ ਸਾਰੇ ਜਾਣਦੇ, ਤੁਸੀਂ ਵੀ ਮੇਰੇ ਖਿਆਲ ਹਰ ਦੂਜੇ ਚੌਥੇ ਦਿਨ ਆਪਾਂ ਗੈਸ ਸਟੇਸ਼ਨ ਤੇ ਜਾਈਦਾ, ਗੈਸ ਭਰਾਈ ਦੀ ਪਤਾ ਲੱਗ ਜਾਂਦਾ ਕਿ ਕੀ ਹੋ ਰਿਹਾ। ਮੈਨੂੰ ਲੱਗਦਾ ਪਿਛਲੇ 2-3 ਮਹੀਨੇ ਹੋ ਗਏ ਲਗਾਤਾਰ ਹੀ $1.35-40 ਲਗਾਤਾਰ ਗੈਸ ਭਰਵਾ ਰਹੇ ਆ। ਬਿਲਕੁਲ। ਸੋ ਲੇਕਿਨ ਉਹ ਗੱਲ ਇਹ ਹੈ ਕਿ ਉਸ ਵੇਲੇ ਥੋੜਾ ਜਿਹਾ ਉਹ ਪਿੰਚ ਹੁੰਦਾ ਹੈ। ਲੇਕਿਨ ਕੁੱਲ ਮਿਲਾ ਕੇ ਜਿਹੜਾ ਡੈਫੀਸਿਟ ਅਲਬਰਟਾ ਦਾ ਘਟਿਆ ਹੈ ਜੀ। ਔਰ ਈਵਨ ਕੈਨੇਡਾ ਦੀ GDP ਜਿਹੜੀ ਵਧੀ ਹੈ, ਇਹਦੇ ਵਿੱਚ ਐਨਰਜੀ ਸੈਕਟਰ ਦੀ ਤੇ ਅਲਬਰਟਾ ਦੇ ਵਿੱਚ ਖਾਸ ਕਰਕੇ ਜਿਹੜੀਆਂ ਕਰੂਡ ਆਇਲ ਦੀਆਂ ਪ੍ਰਾਈਸਿਸ ਨੇ, ਉਹਨਾਂ ਦਾ ਜਿਹੜਾ ਰੈਵਨਿਊ ਹੈ ਉਹਦੇ ਵਿੱਚ ਵਾਧਾ ਹੋਇਆ। ਔਰ ਇਹਦੇ ਵਿੱਚ ਮੈਂ ਆਪ ਜੀ ਨੂੰ ਇਹ ਦੱਸ ਦਿਆਂ ਕਿ ਅਲਬਰਟਾ ਦੇ ਵਿੱਚ ਖਾਸ ਕਰਕੇ ਆਇਲ ਐਂਡ ਗੈਸ ਦੇ ਤਕਰੀਬਨ 4 ਤੋਂ 5 ਅਜਿਹੇ ਪ੍ਰੋਜੈਕਟ ਨੇ ਜਿਹੜੇ ਪ੍ਰੋਜੈਕਟ ਪਿਛਲੇ ਕੁਝ ਸਾਲਾਂ ਦੇ ਵਿੱਚ ਲੱਗੇ ਨੇ। ਜਦੋਂ ਕੋਈ ਕੰਪਨੀ ਨਵਾਂ ਪ੍ਰੋਜੈਕਟ ਲਾਉਂਦੀ ਹੈ ਤਾਂ ਸਰਕਾਰ ਪਹਿਲੇ ਦਿਨਾਂ ਦੇ ਵਿੱਚ, ਪਹਿਲੇ ਕੁਝ ਸਾਲਾਂ ਨਹੀਂ, ਉਹਨੂੰ ਟੈਕਸ ਦੀ ਥੋੜ੍ਹੀ ਜਿਹੀ ਰਾਹਤ ਦਿੰਦੀ ਹੈ ਕਿ ਤੁਸੀਂ ਪੈਸੇ ਇਨਵੈਸਟ ਕਰੋ, ਪਹਿਲਾਂ ਟੈਕਸ ਤੁਹਾਨੂੰ ਘੱਟ ਲਾਵਾਂਗੇ। ਉਹਦੇ ਵਿੱਚ ਤਕਰੀਬਨ 4 ਕੰਪਨੀਆਂ ਨੇ ਜਿਨ੍ਹਾਂ ਨੇ ਅਗਲੇ ਸਾਲ ਉਸ ਰਿਬੇਟ ਦੇ ਵਿੱਚੋਂ ਵੀ ਨਿਕਲਣਾ। ਸੋ ਉਹਦੇ ਕਰਕੇ ਅਲਬਰਟਾ ਦਾ ਰੈਵਨਿਊ ਹੋਰ ਵਧਣ ਦੀ ਆਸ ਹੈ। ਲੇਕਿਨ ਇਹ ਠੀਕ ਹੈ ਕਿ ਸਰਕਾਰਾਂ ਕੌਸ਼ਨ ਲਾਉਂਦੀਆਂ ਨੇ, ਉਹ ਕਹਿੰਦੇ ਨੇ ਕਿ ਇਹਦੇ ਵਿੱਚ ਬਹੁਤ ਖੁਸ਼ ਵਾਲੀ ਗੱਲ ਨਹੀਂ ਹੈ, ਕਿਉਂਕਿ ਆਇਲ ਦੀਆਂ ਜਿਹੜੀਆਂ ਪ੍ਰਾਈਸਿਸ ਨੇ ਉਹਦੇ ਵਿੱਚ OPEC ਪਲੱਸ ਜਿਹੜੇ ਦੁਨੀਆ ਦੇ ਵਿੱਚ ਸੰਸਥਾ, ਜਿਹੜੀ ਮੈਜੋਰਿਟੀ ਜਿਹੜੇ ਆਇਲ ਪ੍ਰੋਡਿਊਸਿੰਗ ਐਂਡ ਐਕਸਪੋਰਟਿੰਗ ਕੰਟਰੀਜ਼, ਉਹਨਾਂ ਦੀ ਇੱਕ ਜਿਹੜਾ ਸੰਗਠਨ ਹੈ, ਉਹਨਾਂ ਨੇ ਜਿਹੜੀ ਪ੍ਰੋਡਕਸ਼ਨ ਹੈ ਉਹਨੂੰ ਕੰਟਰੋਲ ਕੀਤਾ ਹੋਇਆ। ਇਹ ਵੈਸੇ ਵਿਸ਼ਾ ਥੋੜ੍ਹਾ ਜਿਹਾ ਲੰਬਾ ਹੈ, ਜਿਹਦੇ ਵਿੱਚ ਮੇਰੇ ਖਿਆਲ ਸਾਡੇ ਸਰੋਤੇ ਜਿਹੜੇ ਇਸ ਦੀ ਜਾਣਕਾਰੀ ਰੱਖਦੇ ਨੇ ਉਹਨਾਂ ਨੇ ਦੇਖਿਆ ਹੋਵੇਗਾ ਕਿ ਅਮਰੀਕਾ ਦੇ ਨਾਲ ਸੰਬੰਧਿਤ ਜਿਹੜੇ ਹੋਰ ਕੁਝ ਕੰਟਰੀ ਨੇ, ਜਿਹੜੇ ਵਿੱਚ ਭਾਰਤ ਵੀ ਹੈ, ਯੂਰਪ ਦੇ ਬਹੁਤ ਸਾਰੇ ਕੰਟਰੀ ਨੇ, ਉਹਨਾਂ ਨੇ ਆਪਣੇ ਜਿਹੜੇ ਆਇਲ ਦੇ ਰਿਜ਼ਰਵ ਨੇ
ਉਹਨਾਂ ਦੇ ਵਿੱਚੋਂ ਥੋੜ੍ਹਾ ਜਿਹਾ ਤੇਲ ਇਸਤੇਮਾਲ ਕਰਨਾ ਸ਼ੁਰੂ ਕਰਤਾ ਹੈ, ਸਿਰਫ OPEC ਨੂੰ ਇਹ ਦੱਸਣ ਲਈ ਕਿ ਤੁਸੀਂ ਥੋੜ੍ਹੀ ਜਿਹੀ ਪ੍ਰੋਡਕਸ਼ਨ ਵਧਾਓ, ਪ੍ਰਾਈਸਾਂ ਘਟਣ ਅਤੇ ਆਮ ਲੋਕਾਂ ਨੂੰ ਰਾਹਤ ਦੀ ਸਾਹ ਆਵੇ। ਲੇਕਿਨ ਅਲਬਰਟਾ ਦਾ ਜਿਵੇਂ ਤੁਸੀਂ ਸਵਾਲ ਪੁੱਛਿਆ ਸੀ, ਬਿਨਾਂ ਸ਼ੱਕ ਜਿਵੇਂ ਅਸੀਂ ਕਹਿੰਦੇ ਹਾਂ ਕਿ ਕਈ ਵਾਰੀ ਆਪਣੇ ਪ੍ਰਮਾਤਮਾ ਛੱਪੜ ਫਾੜ ਕੇ ਦਿੰਦਾ ਲੋੜ ਵੇਲੇ ਜੀ, ਅਤੇ ਮੇਰਾ ਖਿਆਲ ਹੈ ਅਲਬਰਟਾ ਦੀ ਸਿਚੁਏਸ਼ਨ ਇਸ ਤਰ੍ਹਾਂ ਦੀ ਹੋਈ ਹੈ। ਔਰ ਇਹ ਜਿਹੜਾ ਪਿਛਲੇ ਖਾਸ ਕਰਕੇ 3 ਕੁਆਟਰ ਗਏ ਨੇ ਉਹ ਬੜੇ ਹੀ ਵਧੀਆ ਅਲਬਰਟਾ ਦੇ ਲਈ ਰਹੇ ਨੇ ਜੀ। ਫਿਰ ਭਾਜੀ ਬ੍ਰੇਕ ਲੈ ਲਈਏ ਜੀ? ਬਿਨਾਂ ਸ਼ੱਕ ਜੀ। ਚਲੋ ਠੀਕ ਹੈ ਜੀ। ਤੇ ਮਸਲੇ ਕੁਝ ਹੋਰ ਵੀ ਨੇ ਜੀ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ, ਉਹਨਾਂ ਉੱਪਰ ਵੀ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਤੁਸੀਂ ਕਿਤੇ ਨਾ ਜਾਣਾ, ਦੇਖਦੇ ਰਹਿਣਾ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਦੇ ਵਿੱਚ ਆਪ ਜੀ ਦਾ ਬਹੁਤ ਸਵਾਗਤ ਹੈ ਜੀ। ਸਾਡੇ ਨਾਲ ਜੁੜੇ ਨੇ ਸਾਡੇ ਖਾਸ ਮਹਿਮਾਨ, ਸਾਡੀ ਟੀਮ ਦੇ ਮੈਂਬਰ ਸਰਦਾਰ ਗੁਰਿੰਦਰ ਸਿੰਘ ਹੀਰ। ਭਾਜੀ ਮੁੜ ਸਵਾਗਤ ਹੈ। ਇੱਕ ਬੜੀ ਵੱਡੀ ਘਟਨਾ ਹੋਈ ਹੈ ਇੰਟਰਨੈਸ਼ਨਲ ਲੈਵਲ ਤੇ। ਹਾਂਜੀ। ਇੱਕ ਦੇਸ਼ ਹੈ ਜੀ ਬਾਰਬਾਡੋਸ। ਹਾਂਜੀ। ਇਹ ਯੰਗੈਸਟ ਰਿਪਬਲਿਕ ਔਨ ਦੀ ਅਰਥ ਬਣ ਚੁੱਕਿਆ। ਥੋੜੀ ਜਿਹੀ ਹਿਸਟਰੀ ਇਹਦੀ ਮੈਂ ਤੁਹਾਡੇ ਨਾਲ ਸਾਂਝੀ ਕਰ ਲੈਣਾ, ਫਿਰ ਇਸ ਮੁੱਦੇ ਉੱਪਰ ਤੁਹਾਡੀ ਰਾਏ ਲੈਂਦੇ ਆ। ਬਿਲਕੁਲ। ਇਹ ਜਿਹੜਾ ਕੰਟਰੀ ਹੈਗਾ ਵਾ ਜੀ, ਆਈਲੈਂਡ ਕੰਟਰੀ ਹੈ। ਹਾਂਜੀ। 1625 ਦੇ ਵਿੱਚ ਇੰਗਲੈਂਡ ਨੇ ਇਹਨੂੰ ਆਪਣੀ ਬਸਤੀ ਬਣਾਇਆ, ਕਿਉਂਕਿ ਇੰਪੀਰੀਅਲਿਜ਼ਮ ਦਾ ਸਮਾਂ ਸੀ ਉਸ ਵੇਲੇ। ਬਿਲਕੁਲ। ਔਰ ਲਗਭਗ ਜਿੱਦਾਂ ਭਾਰਤ 200 ਸਾਲ ਗੁਲਾਮ ਰਿਹਾ, ਇਹ ਵੀ 200 ਸਾਲ ਗੁਲਾਮ ਰਿਹਾ। ਜਾ ਕੇ 1966 ਦੇ ਵਿੱਚ ਇਹਨੂੰ ਇੰਡੀਪੈਂਡੈਂਸ ਮਿਲਦੀ ਆ ਬ੍ਰਿਟਿਸ਼ ਤੋਂ। ਬਿਲਕੁਲ ਜੀ। ਪਰ ਉੱਥੇ ਜਿਹੜਾ ਰਾਜ ਸਟੈਬਲਿਸ਼ ਹੁੰਦਾ ਵਾ ਉਹ ਹੁੰਦਾ ਵਾ ਕੌਨਸਟੀਟਿਊਸ਼ਨਲ ਮਨਾਰਕੀ, ਯਾਨੀ ਕਿ ਕਿੰਗ ਤੇ ਕੁਈਨ ਦੀ ਸੁਪਰੀਮੇਸੀ ਬਣੀ ਰਹੇਗੀ। ਬਿਲਕੁਲ। ਹੁਣ ਰੀਸੈਂਟਲੀ ਉਹਨਾਂ ਨੇ ਅਨਾਉਂਸ ਕਰ ਦਿੱਤਾ ਵਾ ਕਿ ਭਾਈ ਹੁਣ ਅਸੀਂ ਜਿਹੜੀ ਕੁਈਨ ਦੀ ਸੁਪਰੀਮੇਸੀ ਆ, ਮੋਨਾਰਕੀ ਦੀ ਆ, ਕਰਾਊਨ ਦੀ ਸੁਪਰੀਮੇਸੀ ਆ, ਉਹ ਨਹੀਂ ਮੰਨਦੇ। ਅੱਜ ਤੋਂ ਬਾਅਦ ਅਸੀਂ ਕੌਨਸਟੀਟਿਊਸ਼ਨ ਦੇ ਅਕੋਰਡਿੰਗਲੀ ਰਨ ਕਰਾਂਗੇ ਤੇ ਸਾਡਾ ਜਿਹੜਾ ਹੈੱਡ ਆਫ ਦੀ ਸਟੇਟ ਆ ਉਹ ਗਵਰਨਰ ਜਨਰਲ ਦੀ ਵਜ੍ਹਾ ਹੁਣ ਪ੍ਰੈਜ਼ੀਡੈਂਟ ਆਫ ਬਾਰਬਾਡੋਸ ਹੋਏਗਾ। ਔਰ ਉੱਥੇ ਜੀ ਗਵਰਨਰ ਜਨਰਲ ਸੀਗੇ ਸੈਂਡਰਾ ਮੈਸਨ, ਉਹ ਹੁਣ ਅਖੀਰਲੇ ਹੋਣਗੇ ਤੇ ਪਹਿਲੇ ਹੋਣਗੇ ਪ੍ਰੈਜ਼ੀਡੈਂਟ। ਵਾਹ ਜੀ ਵਾਹ। ਤੇ ਨਾਲ ਦੇ ਨਾਲ ਜਿਹੜੇ ਪ੍ਰਾਈਮ ਮਿਨਿਸਟਰ ਨੇ ਮੀਆ ਮੋਟਲੀ, ਉਹਨਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਆਲੀਸ਼ਾਨ ਤਰੀਕੇ ਦੇ ਨਾਲ ਇਹ ਜਿਹੜੀ ਸੈਲੀਬ੍ਰੇਸ਼ਨ ਕੀਤੀ ਗਈ ਹੈ। ਇਸ ਚੀਜ਼ ਦੀ ਅਨਾਉਂਸਮੈਂਟ। ਬਿਲਕੁਲ। ਇੱਕ ਹੋਰ ਗੱਲ ਦੱਸ ਦਈਏ ਕਿ ਇੱਕ ਹੋਰ ਕੰਟਰੀ ਸੀ 1992 ਦੇ ਵਿੱਚ, ਉਹ ਲਾਸਟ ਕੰਟਰੀ ਹੈ ਐਜ਼ ਪਰ ਦੀ ਨਿਊਜ਼, ਕਿ 32 ਸਾਲ ਪਹਿਲਾਂ ਮੌਰੀਸ਼ੀਅਸ ਜਿਹੜਾ ਸੀਗਾ ਉਹ ਲਾਸਟ ਰਿਪਬਲਿਕ ਸੀਗਾ। ਬਿਲਕੁਲ ਜੀ। ਸੋ ਮੇਰਾ ਸਵਾਲ ਇਹ ਵੀ ਇਹ ਜਦੋਂ ਰਿਪਬਲਿਕ ਕੋਈ ਕੰਟਰੀ ਬਣਦਾ ਵਾ, ਕਿਉਂਕਿ ਕਾਮਨਵੈਲਥ ਦੇ ਵਿੱਚ ਤਕਰੀਬਨ 54 ਕੰਟਰੀ ਨੇ। ਹਾਂਜੀ। ਲਗਭਗ ਮੈਨੂੰ ਲੱਗਦਾ ਮੋਰ ਦੈਨ 50 ਕੰਟਰੀ ਆਜ਼ਾਦ ਹੋ ਚੁੱਕੇ ਨੇ ਬ੍ਰਿਟਿਸ਼ ਮੋਨਾਰਕੀ ਤੋਂ। ਬਿਲਕੁਲ। ਇਹਦੇ ਨਾਲ ਬ੍ਰਿਟਿਸ਼ ਜਿਹੜੀ ਸੁਪਰੀਮੇਸੀ ਆ ਵਰਲਡ ਅਫੇਅਰਸ ਦੇ ਵਿੱਚ, ਇੰਟਰਨੈਸ਼ਨਲ ਅਫੇਅਰਸ ਦੇ ਵਿੱਚ ਕਿੰਨਾ ਉਹਦੇ ਉੱਪਰ ਅਸਰ ਪੈਂਦਾ ਵਾ, ਔਰ ਜਿਹੜੇ ਇੰਟਰਨੈਸ਼ਨਲ ਰਿਲੇਸ਼ਨ ਦੇ ਇਕੁਏਸ਼ਨਸ ਉਹ ਕਿੰਨੀਆਂ ਕੁ ਚੇਂਜ ਹੋ ਸਕਦੀਆਂ ਨੇ? ਗੱਲ ਇਹ ਮਨਜੀਤ ਸਿੰਘ ਜੀ, ਇਹ ਤਾਂ ਮੇਰੇ ਖਿਆਲ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸਿਆਣੇ ਕਹਿੰਦੇ ਸਨ ਕਿ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਛੁਪਦਾ। ਬਿਲਕੁਲ। ਉਹਦਾ ਮਤਲਬ ਇਹੀ ਸੀ ਵੀ ਇੰਨੀ ਵੱਡੇ ਦੁਨੀਆ ਦੇ ਵਿੱਚ ਇੰਨੇ ਮੁਲਕਾਂ ਦੇ ਰਾਜ ਸੀ, ਕਿਤੇ ਨਾ ਕਿਤੇ ਸੂਰਜ ਚੜ੍ਹਿਆ ਹੁੰਦਾ ਸੀ। ਸੋ ਤੁਸੀਂ ਦੱਸਿਆ ਕਿ 50 ਤੋਂ ਉੱਪਰ ਕਾਮਨਵੈਲਥ ਦੇ ਕੰਟਰੀ ਨੇ ਜੀ, ਜਿਨ੍ਹਾਂ ਵਿੱਚੋਂ ਸਟਿਲ ਲੱਗੇ ਕੁਝ ਮੋਨਾਰਕੀ ਨੂੰ ਮੰਨਦੇ ਨੇ ਤੇ ਕੁਝ ਪੂਰੀ ਤਰ੍ਹਾਂ ਇਸ ਤੋਂ ਨਿਜਾਤ ਪਾ ਚੁੱਕੇ ਨੇ। ਭਾਰਤ ਉਹਨਾਂ ਵਿੱਚੋਂ ਇੱਕ ਹੈ। ਬਾਰਬਾਡੋਸ ਆਖਰੀ ਕੰਟਰੀ ਹੈ। ਬਿਲਕੁਲ। ਇਸ ਤੋਂ ਬਾਅਦ ਵੀ ਹੋ ਸਕਦਾ ਹੋਰ ਕੁਝ ਕੰਟਰੀ ਇਸ ਤਰ੍ਹਾਂ ਦੇ ਫੈਸਲੇ ਲੈਣ। ਕੈਨੇਡਾ ਵੀ ਉਹਨਾਂ ਵਿੱਚੋਂ ਹੋ ਸਕਦਾ ਹੈ। ਥੋੜ੍ਹੀ ਜਿਹੀ ਮੈਂ ਬਾਰਬਾਡੋਸ ਦੀ ਹਿਸਟਰੀ ਤੁਹਾਨੂੰ ਦੱਸਾਂ ਜੀ, ਕਿਉਂਕਿ ਅਸੀਂ ਜਾਣਦੇ ਹਾਂ ਕਿ ਕੈਨੇਡਾ ਦੇ ਵਿੱਚ ਵੀ ਜਿਹੜੀ ਇੱਥੇ ਬ੍ਰਿਟਿਸ਼ਰ ਆਏ ਤੇ ਫਰੈਂਚ ਆਏ ਜੀ। ਆਪ ਦੋਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਕੰਟਰੀ ਨੂੰ ਜਿਹੜਾ ਇੱਥੇ ਅਸੀਂ ਕਬਜ਼ਾ ਕਰੀਏ, ਇੱਥੇ ਆਪਣੀ ਡੋਮੀਨੈਂਸ ਬਣਾਈਏ ਜੀ। ਆਖਰਕਾਰ ਜਿਹੜੀ ਹੁਣ ਇਹ ਅਸੀਂ ਜਾਣਦੇ ਹਾਂ ਕਿ ਜਿਹੜਾ ਕੈਨੇਡਾ ਦਾ ਕਿਊਬਿਕ ਪ੍ਰੋਵਿੰਸ ਹੈ ਉਹ ਬਹੁ ਗਿਣਤੀ ਫਰੈਂਚ ਪਾਪੂਲੇਸ਼ਨ ਜਾਂ ਜਿਹੜੇ ਫਰਾਂਸ ਤੋਂ ਆਏ ਲੋਕ ਇੱਥੇ ਵਸੇ ਨੇ, ਉਹਨਾਂ ਦੀ ਬਹੁ ਗਿਣਤੀ ਉੱਥੇ ਹੈ। ਬਿਲਕੁਲ। ਸੋ ਕਹਿੰਦੇ ਨੇ ਕਿ ਜਦੋਂ ਇੰਗਲੈਂਡ ਤੇ ਫਰਾਂਸੀਸੀਆਂ ਦੇ ਵਿੱਚ ਕੈਨੇਡਾ ਦੇ ਵਿੱਚ ਬਹੁਤ ਸਾਰਾ ਝਗੜਾ ਹੋਇਆ, ਲੜਾਈ ਝਗੜਾ ਹੋਇਆ, ਤੇ ਫਿਰ ਫੈਸਲਾ ਜਿਹੜਾ ਉਹ ਜਿਹੜੇ ਬਾਰਬਾਡੋਸ ਤੇ ਬਾਰਬਾਡੋਸ ਦੇ ਕੁਝ ਹੋਰ ਆਪਣੇ ਕੰਟਰੀ ਨੇ, ਉਹਨਾਂ ਕੰਟਰੀਆਂ ਦੇ ਵਿੱਚ ਇੰਗਲੈਂਡ ਦਾ ਆਪਣੇ ਫਰਾਂਸ ਦਾ ਜਿਹੜਾ ਫਰੈਂਚ ਵਾਲੇ ਸਨ ਉੱਥੇ ਡੋਮੀਨੇਟਡ ਸਨ। ਠੀਕ ਹੈ। ਤੇ ਫਰਾਂਸ ਵਾਲਿਆਂ ਨੇ ਇਹ ਡੀਲ ਕੀਤੀ ਕਿ ਅਸੀਂ ਕੈਨੇਡਾ ਦੇ ਵਿੱਚੋਂ ਹਿੱਸਾ ਜ਼ਰੂਰ ਲੈਣਾ ਹੈ, ਅਸੀਂ ਤੁਹਾਨੂੰ ਇਸ ਦੇ ਇਵਜ਼ ਵਜੋਂ ਕੁਝ ਜਿਹੜੇ ਆਪਣੇ ਬਾਰਬਾਡੋਸ ਵਰਗੇ ਕੰਟਰੀ ਨੇ ਉਹਨਾਂ ਦੀ ਜਿਹੜੀ ਹੈ ਉਹ ਅਸੀਂ ਤੁਹਾਨੂੰ ਸੌਂਪ ਸਕਦੇ ਹਾਂ।
ਤੇ ਇੰਗਲੈਂਡ ਵਾਲਿਆਂ ਨੇ ਉਹ ਸੌਦਾ ਤਾਂ ਮੰਨ ਲਿਆ ਕਿ ਉਸ ਵੇਲੇ ਇਹਨਾਂ ਮੁਲਕਾਂ ਦੇ ਵਿੱਚ, ਕਿਉਂਕਿ ਟ੍ਰੋਪੀਕਲ ਕੰਟਰੀ ਨੇ, ਬਿਲਕੁਲ ਗੰਨੇ ਦੀ ਸ਼ੂਗਰ ਦੀ ਉਦੋਂ ਡਿਮਾਂਡ ਦੁਨੀਆ ਦੇ ਵਿੱਚ ਬਹੁਤ ਵਧੀ ਸੀ, ਔਰ ਬਹੁਤ ਵੱਡੀ ਗੰਨੇ ਦੀ ਪੈਦਾਵਾਰ ਇਹਨਾਂ ਮੁਲਕਾਂ ਦੇ ਵਿੱਚ ਹੁੰਦੀ ਸੀ, ਜਿਹਦੇ ਵਿੱਚ ਜਿਹਨੂੰ ਅਸੀਂ ਵੈਸਟ ਇੰਡੀਜ਼ ਕਹਿੰਦੇ ਹਾਂ। ਜੀ। ਸੋ ਇਹਨਾਂ ਦੇ ਇੱਕ ਸਮੂਹ ਹੈ ਟਾਪੂਆਂ ਦਾ, ਛੋਟੇ ਛੋਟੇ ਕੰਟਰੀਆਂ ਜਿਹਨੂੰ ਅਸੀਂ ਵੈਸਟ ਇੰਡੀ ਕਹਿੰਦੇ ਹਾਂ। ਇਹਦੇ ਵਿੱਚ ਫ੍ਰੈਂਚ ਗੈਨਾ ਆ ਜਾਂਦਾ ਹੈ, ਬਾਰਬਡੋਸ ਆ ਜਾਂਦਾ ਹੈ, ਪੋਰਟ ਆਫ ਸਪੇਨ ਆ ਜਾਂਦਾ ਹੈ, ਇਹ ਸਾਰੇ ਸੋ ਇਹ ਸਾਰੇ ਕੰਟਰੀ ਨੇ। ਸੋ ਖੈਰ ਹੁਣ ਅਸੀਂ ਵਾਪਸ ਵਿਸ਼ੇ 'ਤੇ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਇਸ ਦੇ ਨਾਲ ਬ੍ਰਿਟਿਸ਼ ਜਿਹੜਾ ਰਾਜ ਸੀ, ਜਿਹੜੀ ਉਹਦੀ ਡੋਮੀਨੈਂਸ ਸੀ, ਜਿਹੜੀ ਕਾਮਨਵੈਲਥ ਦੇ ਵਿੱਚ ਅੱਜ ਵੀ ਗੱਲ ਹੁੰਦੀ ਹੈ, ਕਾਮਨਵੈਲਥ ਦੀਆਂ ਗੇਮਸ ਹੁੰਦੀਆਂ ਨੇ, ਉਹਦੇ ਵਿੱਚ ਫਰਕ ਪੋਲੀਟਿਕਸ ਦੇ ਵਿੱਚ ਕੀ ਪਵੇਗਾ। ਦੇਖੋ ਸਮੇਂ ਦੇ ਅਨੁਸਾਰ ਰਾਜਨੀਤੀ ਬਦਲਦੀ ਹੈ। ਬਿਲਕੁਲ ਮੇਰਾ ਖਿਆਲ ਹੈ ਕਿ ਅੱਜ ਉਹ ਜ਼ਮਾਨਾ ਨਹੀਂ ਕਿ ਤੁਸੀਂ ਕਿਸੇ ਕੰਟਰੀ ਦੇ ਉੱਤੇ ਉਸ ਤਰ੍ਹਾਂ ਕਬਜ਼ਾ ਕਰੋ ਜਾਂ ਉਸ ਤਰ੍ਹਾਂ ਦੀ ਡੋਮੀਨੈਂਟ ਸ਼ੋਅ ਕਰੋ ਜਿਹੜੀ ਅੱਜ ਤੋਂ 100 200 ਜਾਂ 300 ਸਾਲ ਪਹਿਲਾਂ ਸੀ। ਇੰਪੀਰੀਅਲਿਜ਼ਮ ਦਾ ਰੂਪ ਬਦਲ ਚੁੱਕਿਆ ਪਰ ਜਿਹੜੀ ਗੱਲ ਹੈ ਕਿ ਉਹਨਾਂ ਦੇ ਕੋਲ ਅਥਾਰਟੀ ਕਿੰਨੀ ਹੈ, ਕਿਸ ਤਰ੍ਹਾਂ ਦੀ ਅਥਾਰਟੀ ਹੈ, ਜਾਂ ਕਿਸ ਤਰ੍ਹਾਂ ਉਹ ਵਰਲਡ ਪਾਲਿਸੀ ਦੇ ਉੱਪਰ ਆਪਣਾ ਪ੍ਰਭਾਵ ਪਾਉਂਦੇ ਨੇ, ਮੈਨੂੰ ਲੱਗਦਾ ਹੈ ਕਿ ਸ਼ਾਇਦ ਅਜੇ ਬਹੁਤ ਜ਼ਿਆਦਾ ਫਰਕ ਨਹੀਂ ਪਵੇਗਾ। ਕਿਉਂਕਿ ਅਸੀਂ ਪਿਛਲੇ ਅਗਰ ਮੇਰਾ ਖਿਆਲ ਹੈ 20-30 ਸਾਲ ਦੀ ਗੱਲ ਦੇ ਵਿੱਚ ਅਸੀਂ ਅਗਰ ਝਾਤੀ ਮਾਰਦੇ ਹਾਂ ਜੋ ਮਿਡਲ ਈਸਟ ਦੇ ਵਿੱਚ ਹੋਇਆ, ਜੋ ਅਮਰੀਕਾ ਦੇ ਵਿੱਚ ਹੋਇਆ, ਜਿਹੜੇ ਵੱਡੇ ਪਾਲਿਸੀ ਮੈਟਰ ਨੇ, ਜਿੱਥੇ ਕਿਤੇ ਵੀ ਵਰਲਡ ਦੇ ਵਿੱਚ ਕੋਈ ਵੱਡੀ ਪੱਧਰ 'ਤੇ ਕਨਫਰੰਟ੍ਰੇਸ਼ਨ ਹੁੰਦੀ ਹੈ, ਉਹਦੇ ਵਿੱਚ ਅਮਰੀਕਾ, ਅਸੀਂ ਭਾਵੇਂ ਇਹਨੂੰ ਨਾਰਥ ਅਮਰੀਕਾ ਕਹਿੰਦੇ, ਕੈਨੇਡਾ ਵੀ ਉਹਦਾ ਪਾਰਟ ਹੈ, ਲੇਕਿਨ ਵੱਡਾ ਪਲੇਅਰ ਅਮਰੀਕਾ ਹੈ। ਉਹ ਕਹਿੰਦੇ ਉਹਨੇ ਹਾਥੀ ਕੇ ਪਾँव में सबका पाँव। ਬਿਲਕੁਲ। ਤੇ ਲੇਕਿਨ ਉਹਨਾਂ ਦੀ ਜਿਹੜੀ ਗੱਲ ਹੈ ਉਹ ਇੰਗਲੈਂਡ ਦੀ ਸਲਾਹ ਦੇ ਨਾਲ ਚੱਲਦੀ ਹੈ। ਤੇ ਇੰਗਲੈਂਡ ਜਿਹੜਾ ਹੈ ਉਹ ਅਜੇ ਤੱਕ ਵੀ ਮੈਂ ਸਮਝਦਾ ਕਿ ਭਾਵੇਂ ਉਹਨਾਂ ਦੀ ਜਿਹੜੀ ਫਾਰਮਲ ਜਿਹੜੀ ਹੈ ਕਪੈਸਿਟੀ ਉਹ ਨਹੀਂ ਰਹੀ ਕਿ ਸਿੱਧੇ ਕਿਸੇ ਮੁਲਕ ਦੇ ਵਿੱਚ ਦਖਲ ਦੇ ਸਕਣ, ਲੇਕਿਨ ਅਜੇ ਤੱਕ ਵੀ ਜਿਹੜੀਆਂ ਤੰਦਾਂ ਨੇ, ਜਿਹੜਾ ਕੰਟਰੋਲ ਹੈ, ਉਹ ਕਿਸੇ ਨਾ ਕਿਸੇ ਜ਼ਰੀਏ ਉਹ ਦੁਨੀਆ ਦੀ ਪੋਲੀਟਿਕਸ ਤੇ ਰਾਜਨੀਤੀ ਤੇ ਰੱਖ ਰਹੇ ਨੇ। ਬਿਲਕੁਲ। ਤੇ ਮੈਂ ਥੋੜਾ ਜਿਹਾ ਦਰਸ਼ਕਾਂ ਨੂੰ, ਵੈਸੇ ਦਰਸ਼ਕ ਸਿਆਣੇ ਨੇ, ਥੋੜਾ ਜਿਹਾ ਐਕਸਪਲੇਨ ਕਰ ਦਵਾਂ। ਇੱਕ ਮੋਨਾਰਕੀ ਹੁੰਦੀ ਹੈ ਜੀ, ਜਿੱਥੇ ਰਾਜੇ ਦਾ ਰਾਜ ਜਾਂ ਰਾਣੀ ਦਾ ਰਾਜ ਹੋਵੇ। ਬਿਲਕੁਲ ਜੀ, ਬਿਲਕੁਲ। ਕਨਸਟੀਟਿਊਸ਼ਨਲ ਮੋਨਾਰਕੀ ਹੁੰਦੀ ਹੈ ਵੀ ਰਾਣੀ ਦਾ ਰਾਜ ਨੂੰ ਐਕਸੈਪਟ ਜ਼ਰੂਰ ਕਰਦੇ ਪਰ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਰਾਜ ਚੱਲਦਾ। ਬਿਲਕੁਲ ਜੀ। ਪਰ ਜਦੋਂ ਉਹ ਰਿਪਬਲਿਕ ਬਣ ਜਾਂਦਾ ਵਾ ਤਾਂ ਫਿਰ ਸੰਪੂਰਨ ਤੌਰ ਤੇ ਦੇਸ਼ ਦਾ ਜਿਹੜਾ ਰਾਜ ਪ੍ਰਬੰਧ ਆ ਉਹ ਸੰਵਿਧਾਨ ਦੇ ਅਨੁਸਾਰ ਚੱਲਦਾ ਵਾ। ਤੇ ਉਹਦਾ ਫਿਰ ਹੈੱਡ ਆਫ ਸਟੇਟ ਜਿਹੜਾ ਵਾ ਉਹ ਪ੍ਰੈਜ਼ੀਡੈਂਟ ਹੁੰਦਾ ਵਾ। ਉਹ ਚੁਣਿਆ ਵੀ ਹੋ ਸਕਦਾ ਵਾ ਤੇ ਉਹ ਨੋਮੀਨੇਟਡ ਵੀ ਹੋ ਸਕਦਾ। ਬਿਨਾਂ ਸ਼ੱਕ। ਔਰ ਹਾਂਜੀ ਜੀ। ਤੇ ਮੈਂ ਨਾਲ ਗੱਲ ਕਰਨਾ ਚਾਹੁੰਦਾ ਸੀਗਾ ਵੀ ਜਿਹੜਾ ਕੈਨੇਡਾ ਆਪਣਾ ਦੇਸ਼ ਆ, ਇੱਥੇ ਵੀ ਕਨਸਟੀਟਿਊਸ਼ਨਲ ਮੋਨਾਰਕੀ ਆ। ਤੁਹਾਨੂੰ ਕੋਈ ਲੱਗਦੀ ਸੰਭਾਵਨਾ ਆਉਣ ਵਾਲੇ ਸਮੇਂ 'ਚ ਵੀ ਇੱਥੇ ਵੀ ਰਿਪਬਲਿਕ ਵੱਲ ਨੂੰ ਮੋੜਾ ਪੈ ਸਕਦਾ? ਮੈਂ ਰੀਸੈਂਟਲੀ, ਕਿਉਂਕਿ ਜਦੋਂ ਬਾਰਬਡੋਸ ਦੀ ਖਬਰ ਆਈ ਤਾਂ ਕੈਨੇਡਾ ਦੇ ਮੀਡੀਆ ਆਊਟਲੈਟਸ ਨੇ ਇੱਕ ਖਬਰ ਦੀ ਮੈਂ ਡਿਟੇਲ ਸੁਣ ਰਿਹਾ ਸਾਂ ਕਿ ਇੱਥੇ ਕੁਝ ਬੜੀ ਤੇਜ਼ੀ ਦੇ ਨਾਲ ਉਹਨਾਂ ਨੇ ਸਰਵੇ ਕੀਤੇ ਕਿ ਕੈਨੇਡਾ ਦੇ ਲੋਕ ਕੀ ਮਹਿਸੂਸ ਕਰਦੇ ਨੇ। ਵੈਸੇ ਸਮੇਂ ਸਿਰ ਇਹ ਜਿਹੜੇ ਆਪਣੇ ਸਰਵੇ ਹੁੰਦੇ ਰਹਿੰਦੇ ਨੇ, ਉਹਦੇ ਵਿੱਚ ਅਗਰ ਮੈਂ ਮੋਟੇ ਤੌਰ 'ਤੇ ਡਿਟੇਲ ਦੇ ਵਿੱਚ ਜਾਣ ਤੋਂ ਬਿਨਾਂ ਮੈਂ ਆਪ ਜੀ ਨੂੰ ਇਹ ਦੱਸ ਸਕਦਾ ਕਿ ਇੱਕ ਸਲਾਈਟ ਜੀ ਐਜ ਜਿਹੜੀ ਹੈ 5 ਤੋਂ 7% ਬੰਦੇ, ਉਹਨਾਂ ਦੀ ਗਿਣਤੀ ਵੱਧ ਹੈ ਜਿਹੜੇ ਇਹ ਕਹਿੰਦੇ ਨੇ ਕਿ ਸਾਨੂੰ ਹੁਣ ਇਹ ਮੋਨਾਰਕੀ 'ਚੋਂ ਬਾਹਰ ਨਿਕਲ ਆਉਣਾ ਚਾਹੀਦਾ। ਸਾਨੂੰ ਜਿਹੜੀ ਕੁਈਨ ਐਲਿਜ਼ਾਬੈਥ ਹੈ, ਸੌਰੀ ਮੈਂ ਕੁਈਨ ਦੀ ਗੱਲ ਨਹੀਂ ਕਰਾਂਗਾ, ਲੇਕਿਨ ਇੰਗਲੈਂਡ ਦੇ ਨਾਲ ਐਸੋਸੀਏਸ਼ਨ ਤੋਂ ਨਿਜਾਤ ਪਾ ਲੈਣੀ ਚੱਲਦੀ ਹੈ। ਬਿਲਕੁਲ। ਲੇਕਿਨ ਸਰਵੇ ਦੇ ਵਿੱਚ ਇੱਕ ਹੋਰ ਕੁਐਸਚਨ ਪੁੱਛਿਆ ਗਿਆ, ਕਿਉਂਕਿ ਜਿਹੜੇ ਹੁਣ ਕੁਈਨ ਐਲਿਜ਼ਾਬੈਥ 2 ਨੇ, ਇਹ ਬੜੇ ਇਹਨਾਂ ਦੀ ਵੈਸੇ ਤਾਂ ਪਰਮਾਤਮਾ ਸਿਹਤਯਾਬ ਰਹਿਣ ਉਹ, ਤੇ ਉਹ ਬੜੇ ਲੰਬੇ ਸਮੇਂ ਤੋਂ ਕੁਈਨ ਨੇ, ਇਸ ਅਹੁਦੇ ਤੇ ਬੈਠੇ ਨੇ। ਸੰਭਵ ਉਹਨਾਂ ਦਾ ਆਪਣਾ ਇੱਕ ਪਰਸਨਲ ਜਿਹੜਾ ਰੈਪੂਟੇਸ਼ਨ ਆ ਉਹ ਕੈਨੇਡੀਅਨਾਂ 'ਤੇ ਕਾਫੀ ਚੰਗਾ ਹੈ। ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਕਹਿੰਦੇ ਨੇ ਕਿ ਇਸ ਕੁਈਨ ਜਿਹੜੀ ਹੈ, ਇਹ ਜਦੋਂ ਤੱਕ ਕੁਈਨ ਹੈ ਉਦੋਂ ਤੱਕ ਤਾਂ ਠੀਕ ਹੈ, ਲੇਕਿਨ ਇਸ ਤੋਂ ਬਾਅਦ ਜਿਹੜਾ ਸਾਨੂੰ ਫਿਰ ਮੇਰਾ ਖਿਆਲ ਹੈ ਕਿ ਸੋਚ ਲੈਣਾ ਚਾਹੀਦਾ। ਪਰ ਮੈਨੂੰ ਇੱਦਾਂ ਲੱਗਦਾ ਜੀ ਕਿ ਸਟ੍ਰੈਟਜੀਕਲੀ ਦੇਖਿਆ ਜਾਵੇ, ਮਿਲਟਰੀ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਵੇ, ਕੈਨੇਡਾ ਦੇ ਸਾਈਜ਼ ਦੇ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਵੇ, ਕੈਨੇਡਾ ਦੇ ਗੁਆਂਢੀ ਜਿਹੜਾ ਮੁਲਕ ਹੈ ਉਸ ਦੇ ਤੌਰ ਤਰੀਕੇ ਉਹ ਕਿੱਦਾਂ ਵਿਚਰਦਾ ਦੁਨੀਆ ਵਿੱਚ, ਅਗਰ ਉਹਨੂੰ ਦੇਖਿਆ ਜਾਵੇ ਤਾਂ ਮੇਰਾ ਖਿਆਲ ਹੈ ਕੈਨੇਡਾ ਲਈ ਇਹ ਫੈਸਲਾ ਲੈਣਾ ਇੰਨਾ ਸੌਖਾ ਨਹੀਂ ਹੋਵੇਗਾ ਜਿੱਦਾਂ ਦੁਨੀਆ ਦੇ ਬਾਕੀ ਮੁਲਕਾਂ ਨੇ ਲੈ ਲਿਆ। ਮੈਨੂੰ ਇਸ ਤਰ੍ਹਾਂ ਲੱਗਦਾ। ਚਲੋ ਜੀ, ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਊਠ ਕਿਹੜੀ ਕਰਵਟ ਬੈਠਦਾ। ਬਿਲਕੁਲ। ਤੇ ਭਾਜੀ ਦਰਸ਼ਕ ਤੇ ਗੁੱਸੇ ਨਾ ਹੋ ਜਾਣ ਵੀ ਆਪਾਂ ਵਰਲਡ ਦੀਆਂ ਗੱਲਾਂ ਕਰੀ ਜਾਂਦੇ, ਕੈਨੇਡਾ ਦੀਆਂ ਕਰੀ ਜਾਂਦੇ ਆ, ਅਲਬਰਟਾ ਦੀਆਂ ਕਰੀ ਜਾਂਦੇ ਆ, ਤੇ ਇੰਡੀਆ ਦੀ ਗੱਲ ਨਹੀਂ ਕਰਦੇ। ਠੀਕ ਹੈ ਜੀ, ਥੋੜੀ ਜਿਹੀ ਗੱਲ ਫਿਰ ਇੰਡੀਆ ਦੀ ਕਰ ਲਈਏ ਆਪਾਂ। ਬਿਲਕੁਲ ਜੀ, ਬਿਨਾਂ ਸ਼ੱਕ। ਰੀਸੈਂਟਲੀ ਜੀ ਇੰਡੀਆ ਦੀ ਰਾਜਨੀਤੀ ਦੇ ਵਿੱਚ ਵੀ ਕਾਫੀ ਫੇਰ ਬਦਲ ਦੇਖਣ ਨੂੰ ਮਿਲੇ। ਜਿਹੜੇ ਲੰਬੇ ਸਮੇਂ ਤੋਂ 3 ਕਾਲੇ ਕਾਨੂੰਨਾਂ ਦੀ ਗੱਲ ਚੱਲਦੀ ਸੀ ਖੇਤੀਬਾੜੀ ਨੂੰ ਲੈ ਕੇ, ਉਹ ਸੰਸਦ ਦੇ ਦੋਨਾਂ ਸਦਨਾਂ ਦੇ ਵਿੱਚ ਉਹਨੂੰ ਰਿਪੀਲ ਕਰ ਦਿੱਤਾ ਗਿਆ। ਬਿਲਕੁਲ ਜੀ। ਪ੍ਰੈਜ਼ੀਡੈਂਟ ਆਫ ਇੰਡੀਆ ਨੇ ਵੀ ਉਹਨੂੰ ਐਕਸੈਂਟ ਲਾ ਦਿੱਤੀ ਹੈ। ਬਿਲਕੁਲ। ਤੇ
ਉਸ ਤੋਂ ਬਾਅਦ ਹੋਰ ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨ ਨੇ, ਉੱਤਰ ਪ੍ਰਦੇਸ਼ ਦੇ ਵਿੱਚ ਇਲੈਕਸ਼ਨ ਨੇ, ਕੁਝ ਨਵੀਆਂ ਇਕੁਏਸ਼ਨ ਬਣਨੀਆਂ ਸ਼ੁਰੂ ਹੋ ਗਈਆਂ ਨੇ। ਖਾਸ ਕਰਕੇ ਗੱਲ ਕਰਾਂਗੇ ਆਪਾਂ ਮਨਜਿੰਦਰ ਸਿੰਘ ਸਿਰਸਾ, ਜਿਹੜੇ ਕਿ ਦਿੱਲੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਹੈੱਡ ਰਹੇ ਨੇ, ਪ੍ਰੈਜ਼ੀਡੈਂਟ ਰਹੇ ਨੇ। ਹਾਂਜੀ, ਉਹਨਾਂ ਨੇ ਕਹਿੰਦੇ ਵੀ ਬੀਜੇਪੀ ਦਾ ਪੱਲਾ ਫੜ ਲਿਆ ਜਾ ਕੇ। ਤੇ ਮੈਂ ਸੋਸ਼ਲ ਮੀਡੀਆ ਵਗੈਰਾ ਦੇਖ ਰਿਹਾ ਸੀਗਾ, ਕਿਉਂਕਿ ਤੁਹਾਨੂੰ ਪਤਾ ਵਾ ਆਪਣੇ ਲੋਕ ਜਿਹੜੇ ਨੇ ਭਾਵਿਕ ਬਹੁਤ ਜਲਦੀ ਹੋ ਜਾਂਦੇ ਆ। ਬਿਲਕੁਲ, ਕਦੇ ਕਦੇ ਮੈਂ ਵੀ ਹੋ ਜਾਂਦਾ। ਤੇ ਲਾਂਤਾਂ ਬੜੀਆਂ ਪੈ ਰਹੀਆਂ ਸੀ ਉਹਨਾਂ ਨੂੰ ਵੀ ਭਾਈ ਜੇ ਇਹੋ ਕੁਝ ਕਰਨਾ ਸੀਗਾ ਤੇ ਖੇਤੀ ਕਾਨੂੰਨਾਂ ਦੇ ਸਮੇਂ ਤੂੰ ਕਿਉਂ ਇਦਾਂ ਚੌਧਰ ਦਿਖਾਉਂਦਾ ਸੀ ਵੀ ਮੈਂ ਤਾਂ ਕਿਸਾਨਾਂ ਦੇ ਨਾਲ। ਕੀ ਕਹਿਣਾ ਚਾਹੋਗੇ? ਗੱਲ ਇਹ ਜੀ ਕਿ ਚਲੋ ਮੇਰੀ ਹੋ ਸਕਦਾ ਵਿਚਾਰ ਕੁਝ ਸਾਡੇ ਸਰੋਤਿਆਂ ਨੂੰ ਚੰਗੇ ਭਾਵਾਂ ਨਾ ਵੀ ਲੱਗਣ ਜੀ, ਲੇਕਿਨ ਮੈਨੂੰ ਇਦਾਂ ਲੱਗਦਾ ਕਿ ਇੱਕ ਤਾਂ ਵੈਸੇ ਦੁਨੀਆ 'ਚ ਇੱਕ ਗੱਲ ਬੜੀ ਪ੍ਰਚਲਿਤ ਹੈ, ਉਹ ਭਾਰਤ ਦੇ ਵਿੱਚ ਇਸ ਡਾਇਲੋਗ ਨੂੰ ਬੜਾ ਬਾਰ-ਬਾਰ ਇਸਤੇਮਾਲ ਕੀਤਾ ਜਾਂਦਾ ਹੈ ਕਿ ਕਹਿੰਦੇ ਨੇ ਕਿ ਰਾਜਨੀਤੀ ਦੇ ਵਿੱਚ ਕੋਈ ਪਰਮਾਨੈਂਟ ਦੋਸਤ ਜਾਂ ਪਰਮਾਨੈਂਟ ਦੁਸ਼ਮਣ ਨਹੀਂ ਹੁੰਦਾ। ਇਹ ਭਾਜੀ ਇੰਟਰਨੈਸ਼ਨਲ ਪੋਲਿਟਿਕਸ ਦਾ ਵੀ ਇੱਕ ਫੰਡਾਮੈਂਟਲ ਰੂਲ ਹੈ। देयर इज नो फ्रेंड नो एनिमी। ਹਾਂ, ਕੋਈ ਸਭ ਤੋਂ ਇੰਪੋਰਟੈਂਟ ਬਿਲਕੁਲ ਤੁਹਾਡੇ ਅਗਰ ਕੰਟਰੀ ਦੀ ਗੱਲ ਕਰੀਏ ਨੈਸ਼ਨਲ ਇੰਟਰਸਟ, ਬੰਦੇ ਦੀ ਗੱਲ ਕਰ ਲਓ ਤੇ ਇੰਡੀਵਿਜੂਅਲ ਇੰਟਰਸਟ। ਬਿਲਕੁਲ ਜੀ, ਬਿਲਕੁਲ। ਸੋ ਲੇਕਿਨ ਭਾਰਤ ਦੇ ਵਿੱਚ ਇਹ ਇਸ ਕਰਕੇ ਇਸਤੇਮਾਲ ਬਹੁਤ ਹੁੰਦਾ ਹੈ ਕਿ ਤੁਹਾਨੂੰ ਪਤਾ ਹੋਵੇਗਾ ਕਿ ਬੰਗਾਲ ਦੇ ਵਿੱਚ ਇਲੈਕਸ਼ਨ ਹੋਏ ਸਨ ਜੀ। ਇਸ ਤਰ੍ਹਾਂ ਲੱਗਦਾ ਸੀ ਕਿ ਸਾਰੀ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਉਹ ਭੱਜ ਕੇ ਬੀਜੇਪੀ ਦੀ ਝੋਲੀ 'ਚ ਜਾ ਬੈਠੀ ਹੈ। ਮੇਰੇ ਖਿਆਲ 40 50 ਸ਼ਾਇਦ 60 ਬੰਦੇ ਵੀ ਟੁੱਟ ਕੇ ਗਏ, ਵੀ ਛੋਟੇ ਵੱਡੇ ਪੱਧਰ ਤੋਂ, MP ਤੋਂ ਲੈ ਕੇ MLA ਕੌਂਸਲਰ ਸਾਰੇ ਕੁਝ। ਉਸ ਗੱਲ ਨੂੰ ਫਿਰ ਜਿਹੜਾ ਗੋਦੀ ਮੀਡੀਆ ਉਹ ਵਧਾ ਚੜਾ ਕੇ ਵੀ ਵਧਾ ਚੜਾ ਕੇ ਦੱਸਦਾ। ਲੇਕਿਨ ਹੋਇਆ ਇਹ ਕਿ ਜਦੋਂ ਇਲੈਕਸ਼ਨ ਦਾ ਪਾਸਾ ਪਲਟਿਆ ਮੇਰੇ ਖਿਆਲ ਉਸ ਤੋਂ ਵੱਧ ਗਿਣਤੀ ਦੇ ਵਿੱਚ ਹੁਣ ਵਾਪਸ ਵੀ ਆ ਗਏ। ਸੋ ਆਇਆ ਰਾਮ ਗਿਆ ਰਾਮ ਇੰਡੀਅਨ ਪੋਲਿਟਿਕਸ ਦੇ ਵਿੱਚ ਹੋਰ ਕਿਸੇ ਮੁਲਕ ਨਾਲੋਂ ਸ਼ਾਇਦ ਮੈਨੂੰ ਲੱਗਦਾ ਵੱਡੀ ਗਿਣਤੀ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ। ਬਿਲਕੁਲ। ਹੁਣ ਵਾਪਸ ਆਉਣੇ ਆਪਾਂ ਸਰਸਾ ਸਾਹਿਬ ਦੀ ਗੱਲ ਕਰੀ, ਹੋ ਸਕਦਾ ਸੋਸ਼ਲ ਮੀਡੀਆ ਤੇ, ਔਰ ਕਿਉਂਕਿ ਇਹ ਜੇ ਗਰਮ ਮੁੱਦਾ ਹੈ ਲੋਕਾਂ ਨੂੰ ਇਹ ਕਿਉਂਕਿ ਇੱਕ ਚੀਜ਼ ਮੈਂ ਜਿਸ ਨਜ਼ਰੀਏ ਤੋਂ ਦੇਖਦਾ ਕਿ ਮਨਜਿੰਦਰ ਸਿੰਘ ਸਿਰਸਾ ਅਕਾਲੀ ਦਲ ਵੀ ਉਹਨਾਂ ਨੇ ਛੱਡਿਆ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਵੀ ਛੱਡੀ, ਉਸ ਤੋਂ ਅਸਤੀਫਾ ਦੇ ਕੇ ਤੇ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ। ਬਿਲਕੁਲ। ਲੇਕਿਨ ਜੇ ਕਿਸਾਨ ਮੁੱਦੇ, ਜਦੋਂ ਕਿਸਾਨਾਂ ਦੇ ਜਿਹੜੇ 3 ਕਾਲੇ ਕਾਨੂੰਨ ਵੀ ਆਏ ਸਨ, ਉਸ ਤੋਂ ਵੀ ਕਾਫੀ ਸਮਾਂ ਬਾਅਦ ਅਕਾਲੀ ਦਲ ਬੀਜੇਪੀ ਦਾ ਭਾਈਵਾਲ ਰਿਹਾ। ਉਹ ਤੇ ਜਦੋਂ ਬਾਦਲ ਦਲ ਤੇ ਪ੍ਰੈਸ਼ਰ ਆਇਆ ਫਿਰ ਉਹਨਾਂ ਨੇ ਤੋੜ ਵਿਛੋੜਾ ਬੀਜੇਪੀ ਨੇ ਕੀਤਾ। ਉਸ ਤੋਂ ਪਹਿਲਾਂ ਸਿਰਸਾ ਸਾਹਿਬ ਵੀ, ਬਾਦਲ ਸਾਹਿਬ ਵੀ, ਅਕਾਲੀ ਦਲ ਇਹ ਸਾਰੇ ਬੀਜੇਪੀ ਦੇ ਨਾਲ ਸਨ। ਬਿਲਕੁਲ। ਸੋ ਇਹਦੇ ਬਾਰੇ ਮੇਰਾ ਖਿਆਲ ਕਿਸੇ ਨੂੰ ਕੋਈ ਐਕਸਪਲੇਨ ਕਰਨ ਦੀ ਲੋੜ ਨਹੀਂ ਕਿ ਬਾਦਲ ਸਾਹਿਬ ਜਾਂ ਬਾਦਲ ਪਰਿਵਾਰ ਨੇ ਜਾਂ ਬਾਦਲ ਅਕਾਲੀ ਦਲ ਨੇ ਬੀਜੇਪੀ ਦਾ ਸਾਥ ਕਿਉਂ ਛੱਡਿਆ। ਮੁੱਦੇ ਦੀ ਗੱਲ ਨਹੀਂ ਸੀ ਜੀ, ਗੱਲ ਵੋਟਾਂ ਦੀ ਸੀ। ਅੱਜ ਦੀ ਤਰੀਕ ਦੇ ਵਿੱਚ ਮੋਦੀ ਸਾਹਿਬ ਕਾਨੂੰਨ ਵਾਪਸ, ਭਾਵੇਂ ਮੋਦੀ ਸਾਹਿਬ ਨੇ ਲਏ ਹੋਣ, ਭਾਵੇਂ ਉਹਦੇ ਪਿੱਛੇ ਕੋਈ ਸੋਚ ਹੋਰ ਹੋਵੇ, ਲੇਕਿਨ ਕਾਨੂੰਨ ਵਾਪਸ ਹੋ ਚੁੱਕੇ ਨੇ, ਰਾਸ਼ਟਰਪਤੀ ਦੀ ਸਟੈਂਪ ਲੱਗ ਚੁੱਕੀ ਹੈ। ਉਸ ਤੋਂ ਬਾਅਦ 1-2 ਹੋਰ ਵੀ ਮੁੱਦੇ ਨੇ, ਕਮੇਟੀ ਬਣਾਉਣ ਦੀ ਗੱਲ ਹੋ ਰਹੀ ਹੈ। ਕਿਸਾਨਾਂ ਦੇ ਵਿੱਚ ਵੀ ਥੋੜ੍ਹਾ ਜਿਹਾ ਆਲਰੇਡੀ ਚਰਚਾ ਖਬਰਾਂ ਜਿਹੜੀਆਂ ਇਸ ਤਰ੍ਹਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਸੰਯੁਕਤ ਕਿਸਾਨ ਮੋਰਚਾ ਦੇ ਵਿੱਚ ਕੁਝ ਬੰਦੇ ਇਹ ਸੋਚ ਰਹੇ ਨੇ ਕਿ ਹੁਣ ਅੰਦੋਲਨ ਜਿਹੜਾ ਹੈ ਇਸ ਨੂੰ ਰੋਕ ਦੇਣਾ ਚਾਹੀਦਾ ਹੈ। ਕੀ ਹੁੰਦਾ ਸਮਾਂ ਦੱਸੇਗਾ। ਬਿਲਕੁਲ। ਪਰ ਮੇਰੀ ਨਿੱਜੀ ਤੌਰ 'ਤੇ ਮੈਨੂੰ ਇੱਕ ਗੱਲ ਮੈਨੂੰ ਇਹ ਕੋਈ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਗੱਲ ਨਹੀਂ ਲੱਗਦੀ ਕਿ ਉਹਨਾਂ ਨੇ ਬਹੁਤ ਕੋਈ ਮਾੜਾ ਕਰਮ ਕਰ ਲਿਆ। ਹਾਂਜੀ, ਮਨਜਿੰਦਰ ਸਿੰਘ ਸਿਰਸਾ ਹੋਣਾ ਨੇ, ਕਿਉਂਕਿ ਉਹਨਾਂ ਲਈ ਵੀ ਸੌਖਾ ਨਹੀਂ ਹੋਵੇਗਾ। ਅਜੇ ਮੇਰੇ ਖਿਆਲ ਡੇਢ ਹਫ਼ਤੇ ਦੀ ਗੱਲ ਹੈ। ਕੰਗਣਾ ਰਣੌਤ ਦਾ ਜਿਹੜਾ ਬੇਵਕੂਫਾਂ ਵਾਲਾ ਬਿਆਨ ਸੀ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਬੀਬੀ ਜੇ ਕਿਤੇ ਤੂੰ ਔਰਤ ਨਾ ਹੁੰਦੀ ਨਾ ਫਿਰ ਤੈਨੂੰ ਦੱਸ ਦੇ ਜੀ। ਬੜੀ ਸਟਰੋਂਗ ਸਟੇਟਮੈਂਟ ਹੈ। ਸਟਰੋਂਗ ਸਟੇਟਮੈਂਟ ਉਹ ਦਿੰਦੇ ਨੇ। ਬਿਲਕੁਲ। ਇਸ ਤੋਂ ਇਲਾਵਾ ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਉਸ ਮਿਨਿਸਟਰ ਦੇ ਸੰਬੰਧ ਦੇ ਵਿੱਚ ਜਿਹੜਾ ਅੱਜ ਤੱਕ ਹੁਣ ਤੱਕ ਵੀ ਉਹਦੇ ਤੇ ਬਰਕਰਾਰ ਹੈ, ਉਹਦੇ ਸੰਬੰਧ ਦੇ ਵਿੱਚ ਵੀ ਉਹਨਾਂ ਨੇ ਬੜੇ ਸਖਤ ਬਿਆਨ ਦਿੱਤੇ ਨੇ। ਉੱਥੇ ਪਹੁੰਚੇ ਨੇ, ਇਹਨਾਂ ਗੱਲਾਂ ਨੂੰ ਉਹ ਕਿੱਦਾਂ ਡਿਫੈਂਡ ਕਰਦੇ ਨੇ ਇਹ ਸਮਾਂ ਦੱਸੇਗਾ। ਪਰ ਕੁੱਲ ਮਿਲਾ ਕੇ ਮੈਨੂੰ ਇੱਦਾਂ ਲੱਗਦਾ ਕਿ ਕੋਈ ਇਸ ਤਰ੍ਹਾਂ ਦੀ ਦੁਸ਼ਮਣੀ ਵਾਲੀ ਬੀਜੇਪੀ ਨਾਲ ਜਾਂ ਮੋਦੀ ਸਰਕਾਰ ਦੇ ਨਾਲ ਕੋਈ ਗੱਲ ਹੋਣੀ ਨਹੀਂ ਚਾਹੀਦੀ। ਇਹ ਰਾਜਨੀਤੀ ਹੈ। ਜੇ ਅਸੀਂ ਬੀਇੰਗ ਏ ਸਿੱਖ ਵੀ ਅਸੀਂ ਮਨਜਿੰਦਰ ਸਿੰਘ ਸਿਰਸਾ ਉਹਨਾਂ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਕਿ ਕੋਈ ਜ਼ਰੂਰੀ ਨਹੀਂ ਹੈ ਕਿ ਅਗਰ ਜਿਹੜੇ ਕਿਸਾਨ ਜਿਹੜੇ ਕਾਲੇ ਕਾਨੂੰਨ ਆਏ ਨੇ ਤੇ ਹੁਣ ਇਸ ਕਰਕੇ ਇੱਕ ਪੋਲੀਟੀਕਲ ਪਾਰਟੀ ਦੇ ਨਾਲ ਜਿਹੜੀ ਹੈ ਕੋਈ ਪੰਜਾਬ ਦੀ ਜਾਂ ਪੰਜਾਬ ਦੇ ਸਿੱਖਾਂ ਦੀ ਕੋਈ ਦੁਸ਼ਮਣੀ ਪੈ ਗਈ ਹੈ। ਕੋਈ ਇਸ ਤਰ੍ਹਾਂ ਦੀ ਗੱਲ ਹੋਣੀ ਨਹੀਂ ਚਾਹੀਦੀ। ਇਸੇ ਨਾਲ ਸੰਬੰਧਿਤ ਇੱਕ ਹੋਰ ਸਵਾਲ ਆ। ਹਾਂਜੀ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਹਾਂਜੀ, ਜਿਸ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਜਾਂ ਪਾਰਟੀ ਉਹਨਾਂ ਨੂੰ ਛੱਡਣੀ ਪਈ ਜਾਂ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ, ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਬੀਜੇਪੀ ਦੇ ਨਾਲ ਵਧੀਆਂ ਤੇ ਹੁਣ ਮਨਜਿੰਦਰ ਸਿੰਘ ਸਿਰਸਾ ਹੋਣੀ, ਮੇਰਾ ਸਵਾਲ ਇਹ ਵੀ ਕੀ ਬੀਜੇਪੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਆਪਣਾ ਆਧਾਰ ਲੱਭ ਰਹੀ ਆ ਜਾਂ ਇਹ ਜੋ 2 ਲੀਡਰ ਨੇ ਇਹ ਆਪਣੀ ਡੁੱਬਦੀ ਬੇੜੀ ਜਿਹੜੀ ਆ ਬੀਜੇਪੀ ਦੇ
ਨਾਲ ਪਾਰ ਲਾਉਣੀ ਚਾਹੁੰਦੇ ਨੇ? ਦੇਖੋ ਗੱਲ ਇਹ ਹੈ, ਜਿਹੜੀ ਤਾਂ ਅਮਰਿੰਦਰ ਸਿੰਘ ਹੋਣਾ ਦੀ ਗੱਲ ਹੈ, ਜੀ ਮੈਨੂੰ ਦੇਖੋ ਇਹਦੇ ਬਾਰੇ ਹੁਣ ਮੇਰੇ ਖਿਆਲ ਕਿਸੇ ਕਿਸਮ ਦਾ ਕੋਈ ਸ਼ੱਕ ਸ਼ੋਭਾ ਨਹੀਂ ਰਹਿ ਗਿਆ, ਕਿਉਂਕਿ ਲੋਕ ਰੌਲਾ ਇਹ ਪਾ ਰਹੇ ਸਨ ਕਿ ਇਹ ਜਿਹੜੀ ਹੈ 25-75 ਸਰਕਾਰ ਹੈ ਤੇ 25% ਕਾਂਗਰਸ ਹੈ, 75% ਬਾਦਲ, ਤੇ ਬਾਦਲ ਦਲ ਇਨਡਾਇਰੈਕਟਲੀ ਉਸ ਵੇਲੇ ਭਾਰਤੀ ਜਨਤਾ ਪਾਰਟੀ ਸੀ। ਬਿਲਕੁਲ। ਸੋ ਕੈਪਟਨ ਸਾਹਿਬ ਨੇ 4 ਸਾਲ ਬੜਾ ਫਰੈਂਡਲੀ ਮੈਚ ਖੇਡਿਆ, ਜਿਹੜਾ ਕਿ ਮੈਂ ਸਮਝਦਾ ਕਿ ਮਾੜੀ ਗੱਲ ਹੈ। ਰਸੈਸਾ ਸਾਹਿਬ ਦੀ ਬੀਜੇਪੀ ਜੁਆਇਨ ਕਰਨ ਨਾਲ ਪੰਜਾਬ ਦੀ ਪੋਲੀਟਿਕਸ ਤੇ ਕੋਈ ਖਾਸ ਅਸਰ ਨਹੀਂ ਪੈਣ ਲੱਗਾ ਜੀ। ਤੇ ਵੈਸੇ ਇਹ ਵੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿੱਚੋਂ ਬੀਜੇਪੀ ਨੂੰ ਕੋਈ ਬਹੁਤ ਵੋਟਾਂ ਨਹੀਂ ਲੈ ਕੇ ਦੇ ਸਕਣੀਆਂ। ਹਾਂਜੀ, ਹਾਂ, ਬੀਜੇਪੀ ਦੀ ਇਹ ਕੋਸ਼ਿਸ਼ ਹੋਵੇ ਕਿ ਉਹ ਇਸ ਤਰ੍ਹਾਂ ਬੰਦੇ ਜੋੜ ਕੇ ਹੋ ਸਕਦਾ ਹੈ, ਕਿਉਂਕਿ ਇਹ ਦੋ ਬੰਦੇ ਨੇ ਜਿੱਥੇ ਬਹੁਤਾ ਅਸਰ ਪੈਣਾ ਹੈ। ਅਗਰ ਮੈਂ ਆਪ ਜੀ ਨੂੰ ਥੋੜ੍ਹਾ ਜਿਹਾ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ, ਅਕਾਲੀ ਦਲ ਕੋਈ ਇਕੱਲਾ ਬਾਦਲ ਅਕਾਲੀ ਦਲ ਨਹੀਂ ਹੈ, ਬਿਲਕੁਲ ਇੱਕ ਢੀਂਡਸਾ ਸਾਹਿਬ ਦਾ ਗਰੁੱਪ ਹੈ। ਢੀਂਡਸਾ ਸਾਹਿਬ ਦੀ ਅਮਿਤ ਸ਼ਾਹ ਨਾਲ ਕਿੰਨੀ ਨਜ਼ਦੀਕੀ ਹੈ, ਕਿੰਨੀ ਨਜ਼ਦੀਕ ਨੇ ਉਹ, ਇਹ ਵੀ ਸਾਰੇ ਜਾਣਦੇ ਨੇ। ਬਿਲਕੁਲ। ਸੋ ਸਮੀਕਰਨ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਚੇਂਜ ਹੋਣਗੀਆਂ, ਲੇਕਿਨ ਮੈਂ ਫਿਰ ਜੇ ਅਸੀਂ ਸਿਰਸਾ ਸਾਹਿਬ ਦੀ ਗੱਲ ਕਰੀਏ ਤਾਂ ਠੀਕ ਹੈ, ਉਹਨਾਂ ਨੇ ਆਪਣਾ ਕੋਈ ਫਿਊਚਰ ਦੇਖ ਕੇ ਤੇ ਉਹਨਾਂ ਨੇ ਇਹ ਸੁਣ ਕੇ ਕਿ ਠੀਕ ਹੈ ਐਟਲੀਸਟ ਬੀਜੇਪੀ ਨੇ ਠੀਕ ਹੈ ਵਾਪਸ ਲਏ ਨੇ, ਬੜੀ ਦੇਰ ਉਹਨੇ ਲਾਈ ਹੈ, ਲੇਕਿਨ ਕੁਝ ਗੱਲਾਂ ਬੜੀਆਂ ਮਹੱਤਵਪੂਰਨ ਨੇ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ, ਇਸ ਤੋਂ ਅੱਗੇ ਪਿੱਛੇ ਵੀ ਕਰ ਸਕਦੇ ਸਨ। ਬਿਲਕੁਲ। ਔਰ ਇਹ ਕਿਹਾ ਵੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿ ਅੱਜ ਇਸ ਦਿਹਾੜੇ ਤੇ ਮੈਂ ਇਹ ਐਲਾਨ ਕਰਨਾ ਚਾਹੁੰਦਾ। ਔਰ ਮੈਂ ਇੱਕ ਬੜੇ ਨਾਮਵਰ ਪੁਰਾਣੇ ਜਰਨਲਿਸਟ ਦਾ ਇੰਡੀਆ ਲੇਖ ਪੜ੍ਹ ਰਿਹਾ ਸੀ, ਉਹਦਾ ਇਹ ਕਹਿਣਾ ਸੀ ਕਿ ਇਹ ਸਿਰਫ ਮੋਦੀ ਸਾਹਿਬ ਨੇ ਆਪਣੇ ਕੋਲੋਂ ਫੈਸਲਾ ਨਹੀਂ ਲਿਆ, ਇਹ ਫੈਸਲਾ ਉੱਥੋਂ ਆਇਆ ਜਿੱਥੋਂ ਬੀਜੇਪੀ ਦੇ ਬਹੁਤੇ ਫੈਸਲੇ ਆਉਂਦੇ ਨੇ। ਉਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਉਸ ਦਿਨ ਸਿਰਫ ਮੋਦੀ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦਾ ਜ਼ਿਕਰ ਨਹੀਂ ਕੀਤਾ, ਉਸ ਦਿਨ RSS ਦੇ ਜਿਹੜੇ ਚੀਫ ਸਨ ਉਹ ਵੀ ਇੱਕ ਗੁਰਦੁਆਰੇ ਜਾ ਕੇ ਆਏ ਸਨ ਜੀ। ਸੋ ਉਹਨਾਂ ਦਾ ਮਤਲਬ ਇਹ ਸੀ ਕਿ ਬੀਜੇਪੀ ਨੇ ਸਿਰਫ ਤੇ ਸਿਰਫ ਯੂਪੀ ਦੀਆਂ ਚੋਣਾਂ ਜਾਂ ਪੰਜਾਬ ਦੀਆਂ ਚੋਣਾਂ ਕਰਕੇ ਇਹ ਫੈਸਲਾ ਨਹੀਂ ਲਿਆ। ਬੀਜੇਪੀ ਦੇ ਸੰਭਵ ਕਿਤੇ ਨਾ ਕਿਤੇ ਇੱਕ ਕਾਰਨਰ ਦੇ ਵਿੱਚ ਗੱਲ ਇਹ ਹੈ ਕਿ ਅਸੀਂ ਮਿਨੋਰਟੀ ਨੂੰ ਦਬਾਉਣਾ ਹੈ, ਲੇਕਿਨ ਉਹਨਾਂ ਮਿਨੋਰਟੀ ਦੇ ਵਿੱਚ ਸਿੱਖ ਸ਼ਾਮਲ ਨਹੀਂ, ਸਿੱਖ ਪਹਿਲੇ ਜਾਂ ਦੂਜੇ ਨੰਬਰ ਤੇ ਨਹੀਂ ਹੈਗੇ ਜੀ, ਇਹ ਮੈਨੂੰ ਲੱਗਦਾ ਹੈ। ਤੇ ਬਿਲਕੁਲ ਜੀ, ਜਿਵੇਂ ਆਪਾਂ ਜ਼ਿਕਰ ਕੀਤਾ ਵੀ ਮੁੱਦਿਆਂ ਦੀ ਰਾਜਨੀਤੀ ਤੇ ਜਿਵੇਂ ਕਿਰਦਾਰ ਜਿਹੜੇ ਆ ਪੰਜਾਬ ਦੀ ਤੇ ਭਾਰਤ ਦੀ ਰਾਜਨੀਤੀ ਵਿੱਚੋਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਮੰਨਫੀ ਹੋ ਰਹੇ ਨੇ, ਪਰ ਆਸ ਕਰਦੇ ਆ ਕਿ ਆਉਣ ਵਾਲੇ ਜਿਹੜੇ ਇਲੈਕਸ਼ਨਸ ਨੇ ਪਤਾ ਲੱਗ ਜੂਗਾ ਸਾਰਿਆਂ ਨੂੰ ਵੀ ਕਿਹਨਾਂ ਦੀਆਂ ਪੱਗਾਂ ਵਟਾਈਆਂ ਜਾਂਦੀਆਂ ਨੇ ਤੇ ਕਿਹੜੇ ਦਲ ਬਦਲੀਆਂ ਹੁੰਦੀਆਂ ਨੇ। ਪਰ ਲੋਕਾਂ ਨੂੰ ਸਤਰਕ ਰਹਿਣ ਦੀ ਲੋੜ ਆ, ਕਿਉਂਕਿ ਵੋਟ ਦਾ ਅਧਿਕਾਰ ਜਿਹੜਾ ਵਾ ਇਸ ਦਾ ਇਸਤੇਮਾਲ ਕਰਕੇ ਹੀ ਅਸੀਂ ਸਰਕਾਰਾਂ ਬਦਲ ਸਕਦੇ ਹਾਂ ਤੇ ਸਰਕਾਰਾਂ ਦੇ ਨਾਲ ਹੀ ਸਾਡੇ ਜਿਹੜੇ ਆ ਆਉਣ ਵਾਲਾ ਜਿਹੜਾ ਸਮਾਂ ਵਾ ਉਹ ਵੀ ਬਦਲਿਆ ਜਾ ਸਕਦਾ। ਬਿਲਕੁਲ ਬਿਨਾਂ ਸ਼ੱਕ ਮਨਜੀਤ ਸਿੰਘ ਜੀ, ਇੱਕ ਮੈਂ ਛੋਟੀ ਜਿਹੀ ਗੱਲ ਸਿਰਫ 1 ਮਿੰਟ ਹੀ ਲਵਾਂਗਾ, ਕਿਉਂਕਿ ਅਸੀਂ ਸਾਰੇ ਭੁੱਲਣਹਾਰ ਹਾਂ, ਕਿਉਂਕਿ ਅਸੀਂ ਵੀ ਇੱਕ ਆਮ ਇਨਸਾਨ ਦੀ ਤਰ੍ਹਾਂ ਕਿ ਸਾਡਾ ਵਰਤਾਰਾ ਹੈ। ਬਿਲਕੁਲ। ਅੱਜ ਅਗਰ ਮੋਦੀ ਸਾਹਿਬ ਦੇ ਖਿਲਾਫ ਜਾਂ ਮੋਦੀ ਸਾਹਿਬ ਦੇ ਨਾਲ ਜਾਂ ਬੀਜੇਪੀ ਦੇ ਨਾਲ ਸਾਨੂੰ ਲੱਗਦਾ ਹੈ ਕਿ ਜਿਹੜਾ ਪੰਜਾਬ ਦਾ ਜਾਂ ਸਿੱਖਾਂ ਦਾ ਕੋਈ ਮਸਲਾ ਹੈ, ਤੇ ਮੇਰਾ ਖਿਆਲ ਹੈ ਕਿ ਜਿੰਨਾ ਵੱਡਾ ਮਸਲਾ ਕਾਂਗਰਸ ਦੇ ਨਾਲ ਸੀ ਉਹ ਮਸਲਾ ਬਹੁਤ ਵੱਡਾ ਹੈ। ਬਿਲਕੁਲ। ਉਹ ਵੀ ਲੋਕਾਂ ਨੇ ਭੁਲਾਇਆ ਹੈ। ਸਹੀ ਗੱਲ। ਸੋ ਸਮਾਂ ਜਿਹੜਾ ਹੈ ਉਸ ਦੇ ਨਾਲ ਬਹੁਤ ਕੋਈ ਤਬਦੀਲ ਹੁੰਦਾ ਹੈ। ਬਾਕੀ ਉਮੀਦ ਇਹੀ ਕਰਦੇ ਹਾਂ ਕਿ ਭਾਰਤ ਦੇ ਵਿੱਚ ਵੀ ਜਾਂ ਭਾਰਤ ਦੀ ਵੀ ਤੇ ਪੰਜਾਬ ਦੀ ਵੀ ਜਾਂ ਜਿਹੜੀ ਰਾਜਨੀਤੀ ਹੈ ਉਹ ਥੋੜ੍ਹੀ ਬੈਟਰ ਹੋਵੇ, ਉਹਦਾ ਸਟੈਂਡਰਡ ਥੋੜ੍ਹਾ ਚੰਗਾ ਹੋਵੇ। ਜੇ ਤੁਸੀਂ ਕਹਿੰਦੇ ਕਿ ਮੁੱਦਿਆਂ ਦੀ ਗੱਲ ਹੋਵੇ ਜਾਂ ਲੋਕਾਂ ਦੀ ਗੱਲ ਹੋਵੇ, ਸਿਰਫ ਜਿਹੜੀਆਂ ਬੇਲੋੜੀਆਂ ਗੱਲਾਂ ਨੇ ਉਹਨਾਂ 'ਤੇ ਫੋਕਸ ਨਾ ਹੋ। ਤੁਸੀਂ ਗੱਲ ਕੀਤੀ ਜੀ ਸਮੇਂ ਦੀ, ਤੇ ਸਮਾਂ ਹੋ ਚੁੱਕਿਆ ਜੀ ਪ੍ਰੋਗਰਾਮ ਨੂੰ ਸਮੇਟਣ ਦਾ, ਲਈਏ ਇਜਾਜ਼ਤ। ਬਿਲਕੁਲ ਜੀ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਜੀ ਸਰਦਾਰ ਗੁਰਿੰਦਰ ਸਿੰਘ ਹੀਰ, ਜਿਨ੍ਹਾਂ ਨਾਲ ਅੱਜ ਕੁਝ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਉੱਪਰ, ਚਲੰਤ ਮੁੱਦਿਆਂ ਦੇ ਉੱਪਰ ਗੱਲਬਾਤ ਹੋਈ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਆਉਣ ਵਾਲੇ ਐਪੀਸੋਡ ਵਿੱਚ ਕੁਝ ਹੋਰ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਤਦ ਤੱਕ ਮਨਜੀਤ ਸਿੰਘ ਫੇਰੂਮਾਨ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਧੰਨਵਾਦ।